ਜਦੋਂ आके ਪੁੱਛਿਆ ਜਾਂਦਾ ਤੇ ਇਹੀ ਹਵਾਲਾ ਦਿੱਤਾ ਜਾਂਦਾ ਐਸਸੀ ਸਾਹਿਬ ਦੀ ਮੀਟਿੰਗ। ਜੇ 30 ਦਿਨ ਮੀਟਿੰਗ ਐਸਸੀ ਸਾਹਿਬ ਦੀ ਆ, ਫਿਰ ਆਪਾਂ ਪਬਲਿਕ ਨੂੰ ਕਿਵੇਂ ਸੈਟੀਸਫਾਈ ਕਰਨਾ, ਪਬਲਿਕ ਦੇ ਕੰਮ ਕਦੋਂ ਕਰਨੇ ਆ? भाई साहब एक्शन साहब आए नहीं हले, किन्ने बजे आते हैं? 9:17 हो चुके हैं। हाँ जी मनजीत मैडम जी तुसी हो, एक्शन साहब क्यों नहीं आए हाल तक? तकरीबन 1 महीने तो नोट कर रहे हैं भी साडे एरिए के जिहड़े जनता नगर सर्कल के एक्सीਅਨ ने तकरीबन कदे 11 बजे 11:30 बजे आ रहे हैं। ਜਿਹੜੇ ਲੋਕਾਂ ਨੇ ਸਵੇਰੇ 10 ਵਜੇ 9 ਵਜੇ ਕੰਮ ਕਰਤੇ ਜਾਣਾ, ਐਕਸ਼ਨ ਤਾਂ ਹੀ ਕੰਮ ਆ, ਉਹ ਫਿਰ 11-12 ਵਜੇ ਤੱਕ ਉਡੀਕ ਕਰਨਗੇ। ਐਸਸੀ ਸਾਹਿਬ ਦਾ ਵਰਜਨ ਜ਼ਰੂਰ ਲਿਓ ਵੀ 30 ਦੇ 30 ਦਿਨ ਜੇ ਮੀਟਿੰਗ ਕਰਨੀ ਹੈ ਤਾਂ ਲੋਕਾਂ ਨੂੰ ਉੱਥੇ ਹੀ ਬੁਲਾ ਲਿਆ ਕਰੋ, ਐਕਸ਼ਨ ਦਾ ਦਫ਼ਤਰ ਚੱਕ ਕੇ ਐਸਸੀ ਦੇ ਨਾਲ ਹੀ ਕਰ ਲਓ। ਸਿਰਫ ਐਵਰੇਜ ਕੱਢ ਕੇ 300 ਯੂਨਿਟ ਦੀ 300 ਯੂਨਿਟ ਪਿਛਲੇ ਮਹੀਨੇ ਦੀ ਤੇ 300 ਯੂਨਿਟ ਦੀ ਐਤਕੀ ਪਾ ਕੇ ਇਹਨਾਂ ਨੇ ਸਾਨੂੰ ਬਿੱਲ ਭੇਜਤਾ 29,000 ਕੁਛ ਰੁਪਏ ਦਾ। ਉਹ ਬਾਕੀ ਗੱਲਾਂ ਛੱਡੋ, ਚੋਣਾਂ ਹੁੰਦੀਆਂ ਰਹਿਣੀਆਂ ਨੇ ਅਦਰ ਸਟੇਟਾਂ 'ਚ, ਆਪਾਂ ਪੰਜਾਬ ਵੱਲ ਧਿਆਨ ਦਈਏ। ਜੀ ਸਾਹਿਬ ਕਹਿੰਦੇ ਨਹੀਂ ਤੁਹਾਡੇ ਅੰਦਰ ਪ੍ਰੋਬਲਮ ਆ, ਮੈਂ ਕਿਹਾ ਕੋਈ ਗੱਲ ਨਹੀਂ ਸਰ, ਮੈਂ ਮਹੀਨਾ ਚਲਾ ਕੇ ਦੇਖ ਲੈਂਦਾ। ਤੇ ਉਹ ਫਿਰ ਕਿਉਂ ਵਧੀ? ਮੈਂ ਸਾਰਾ ਕੁਝ ਮੈਨੂੰ ਆ ਕੇ ਕਿਉਂ ਨਹੀਂ ਦਿੱਤੀ? ਤੁਸੀਂ ਮਿਲਦੇ ਨਹੀਂ ਸੀਗੇ ਸਰ। ਮੈਂ ਜਦੋਂ ਆਉਣਾ 12 ਵਜੇ ਆਵਾਂ, ਚਾਹੇ ਸ਼ਾਮ ਤੋਂ ਬਾਅਦ ਆਵਾਂ, ਲੰਚ ਟਾਈਮ ਤੋਂ ਬਾਅਦ ਆਵਾਂ, ਮਿਲਦੇ ਨਹੀਂ ਸੀਗੇ। ਜੇ ਤੁਹਾਨੂੰ ਲੱਗਦਾ ਪਿਆ ਵੀ ਕਿਸੇ ਸਾਡੀ ਹਿਊਮਨ ਐਰਰ ਕਰਕੇ ਤੁਹਾਨੂੰ ਇੱਦਾਂ ਲੱਗ ਰਿਹਾ, ਤੁਸੀਂ ਡੀਟੇਲ ਕਢਵਾ ਸਕਦੇ ਹੋ, ਕੋਈ ਇਸ਼ੂ ਨਹੀਂ ਹੈ ਉਹਦੇ 'ਚ। ਪਹਿਲੀ ਗੱਲ ਤਾਂ ਸਰਕਾਰਾਂ ਨੇ ਕਿਹਾ ਵੀ ਘਰ ਜਾ ਕੰਮ ਹੋਣੇ ਆ, ਇਹ ਤਾਂ ਆਪਣੇ ਘਰੋਂ ਹੀ ਨਹੀਂ ਨਿਕਲਦੇ ਪਏ। ਸਰਕਾਰ ਵੱਲੋਂ ਸਾਫ਼ ਹਦਾਇਤ ਆ ਵੀ ਬਿਨਾਂ NOC ਤੋਂ ਮੀਟਰ ਨਾ ਲਾਇਆ ਜਾਵੇ, ਤੇ ਇਹ ਐਕਸ਼ਨ ਸਾਹਿਬ ਤੇ ਇੱਕ JE ਵੱਲੋਂ ਉਹ ਕਿਵੇਂ ਪਾਸ ਕੀਤਾ ਜਾ ਰਿਹਾ? JE मीटर NOC तो बगैर लगाता, वो JE रिस्पॉन्सिबल लिख के दो इन्होंने कंप्लेंट JE के अगेंस्ट जिन्हें लाया एड्रेस दो। अच्छा किन्नू लिख के देंगे सर? हाँ मैनू लिख के दो। ते तुसी मिलदे तो है नहीं गे? SDO जिहड़े ने वो कह रहे हैं तुसी मिलदे नहीं हो। ਐਸਸੀ ਸਾਹਿਬ ਨੇ ਕੀ ਕਿਹਾ ਵੀ 2 ਦਿਨ ਮੀਟਿੰਗ ਹੁੰਦੀ ਆ, ਤੇ 1 ਮਹੀਨੇ ਤੋਂ ਲਗਾਤਾਰ ਐਕਸ਼ਨ ਸਾਹਿਬ ਨਹੀਂ ਆ ਰਹੇ, ਤੇ ਮਹੀਨੇ 'ਚ ਐਤਵਾਰ ਕੱਢ ਕੇ ਦਿਨ ਕਿੰਨੇ ਰਹਿ ਗਏ? 26, ਤੇ ਬਾਕੀ 18 ਦਿਨ ਐਕਸ਼ਨ ਸਾਹਿਬ ਕਿੱਥੇ ਹੁੰਦੇ ਆ? ਕਿਉਂ ਨਹੀਂ ਟਾਈਮ ਤੇ ਆਉਂਦੇ? ਉਹ ਕਹਿੰਦੇ ਜੀ ਇਹ ਮੇਨ ਬੰਦਾ ਆਉਣਾ ਚਾਹੀਦਾ। ਮੇਨ ਬੰਦਾ ਕਿੱਥੋਂ? ਤੇ ਸਰ ਬੰਬਈ ਤੋਂ ਆ। ਤੇ ਉਹਦੀ ਕੋਈ ਪਾਵਰ ਆਫ ਟਰਨੀ ਹੈਗੀ? ਪਾਵਰ ਆਫ ਟਰਨਿੰਗ ਸਾਰੀ ਲੱਗੀ ਹੋਈ ਹੈ ਸਰ, ਪਹਿਲਾਂ ਵੀ ਇੱਦਾਂ ਕਨੈਕਸ਼ਨ ਹੋ ਰਹੇ ਆ। ਹਾਂਜੀ ਹੁਣ ਕਿਉਂ ਨਹੀਂ ਕਰ? ਹੁਣ ਪਤਾ ਨਹੀਂ, ਕਹਿੰਦੇ ਭੰਡਾਰੀ ਸਾਹਿਬ ਆਉਣਗੇ। ਐਕਸ਼ਨ ਜਨਤਾ ਨਗਰ ਵੱਲੋਂ ਰੋਜ਼ਾਨਾ ਡਿਊਟੀ ਲੇਟ ਆਉਣ ਸੰਬੰਧੀ ਇਹ ਤਕਰੀਬਨ ਮੈਂ ਤੀਜੀ ਵਾਰੀ ਕੰਪਲੇਂਟ ਚੀਫ ਸਾਹਿਬ ਨੂੰ CMD ਸਾਹਿਬ ਨੂੰ ਪਾਤੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਹਾਂ ਤੁਹਾਡੇ ਨਾਲ ਸੁਸ਼ੀਲ ਮਚਾਨ। ਲੁਧਿਆਣਾ ਲਾਈਵ ਦੀ ਟੀਮ ਪਹੁੰਚ ਚੁੱਕੀ ਹੋਈ ਹੈ ਅਰੋੜਾ ਪੈਲੇਸ ਸਥਿਤ ਇੱਕ ਬਿਜਲੀ ਘਰ ਦੇ ਵਿੱਚ, ਜੋ ਗਿੱਲ ਰੋਡ ਵਾਲਾ ਬਿਜਲੀ ਘਰ ਪੈਂਦਾ। ਔਰ ਅੱਜ ਅਸੀਂ ਜਿਹੜੇ ਖੜੇ ਹੋਏ ਹਾਂ ਇਹ ਏਰੀਆ ਹਲਕਾ ਦੱਖਣੀ ਦੇ ਵਿੱਚ, ਇਹ ਜਿਹੜਾ ਹੈਗਾ ਵਾ ਬਿਜਲੀ ਦਫ਼ਤਰ, ਇੱਥੇ ਲੋਕ ਇਕੱਠੇ ਹੋਏ ਨੇ। ਕਾਫੀ ਗੰਭੀਰ ਆਰੋਪ ਲਗਾਏ ਜਾ ਰਹੇ ਨੇ ਇਹਨਾਂ ਲੋਕਾਂ ਵੱਲੋਂ। ਸੋ ਆਓ ਜਾਣਦੇ ਹੈਗੇ ਆ ਪੂਰਾ ਮਾਮਲਾ ਕੀ ਹੈਗਾ ਵਾ। ਲੁਧਿਆਣਾ ਲਾਈਵ ਦੀ ਟੀਮ ਨੇ ਇੱਕ ਸਪੈਸ਼ਲੀ ਸਵੇਰੇ ਆ ਕੇ ग्राउंड लैवल ਤੇ रियलिटी चैकअप किया वा, ਜਿਹੜੇ अफसर टाइम सिर आते हैं, किहड़े अफसर टाइम सिर नहीं आते, उनकी वीडियो भी तुहाडे नाल सांझी कर रहे हैं। सब तो पहला साडे नाल खड़े हुए ने कुछ समाज सेवी लोग, आपां उन्हां नाल गल करन दी कोशिश करते हैं। हाँ जी वीर, की समस्या आ रही तुहाडी? समस्या ये है तकरीबन 1 महीने तो नोट कर रहे हैं भी साडे एरिए दे जिहड़े जनता नगर सर्कल के एक्सीਅਨ ने तकरीबन कदे 11 बजे 11:30 बजे आ रहे हैं। तो असी पहला भी 1-2 बारी इन्हों आके समझाने की कोशिश की है, पर समझाया तो जाऊ जे मौके पर आएंगे। तो जो आके पूछा जाता तो यही हवाला दिता जाता एससी साहब की मीटिंग। जे 30 दिन मीटिंग एससी साहब की आ, फिर आप पब्लिक नूं किवें सैटिस्फाई करना, पब्लिक के काम कदों करने आ। तो एससी साहब नाल मीटिंग शाम नूं भी हो सकती है। सवेरे जिहड़े लोकां ने सवेरे 10 बजे 9 बजे काम करते जाना, एक्शन ताईं काम आ, वो फिर 11-12 बजे तक उਡੀਕ करनगे। तो ਹੁਣ दिक्कत ये आ भी लोग जिहड़े आ जिन्हां नूं एक्शन ताईं काम आ, वो आके खड़दे आ, घंटा खड़दे आ, 1.5 घंटा खड़दे आ, खड़ के मुड़ जांदे, पर उन्हां दा काम नहीं हो रहा। ये जिहड़े एक्सीਅਨ साहब ने ये लेट क्यों आते हैं, इनका हुण तक कोई कारण पता लग सकिया?
ਤਕਰੀਬਨ ਜਿੱਥੇ ਤੱਕ ਮੈਨੂੰ ਲੱਗਦਾ ਵੀ ਇਹਨਾਂ ਦਾ ਕੋਈ YouTube ਚੈਨਲ ਤੇ ਇਹ ਗਾਣੇ ਗੂਣੇ ਬਣਾਉਂਦੇ ਆ ਤੇ ਉਹਦੇ 'ਚ ਬਿਜ਼ੀ ਰਹਿੰਦੇ ਆ। ਤੇ ਇੱਕ ਵਾਰੀ ਕਿਤੋਂ ਪਤਾ ਵੀ ਲੱਗਿਆ ਸੀ, ਇਹ ਕਹਿੰਦੇ ਮੈਂ ਕਿਤੋਂ ਪਰਮਿਸ਼ਨ ਲਈ ਹੋਈ ਆ। ਜੇ ਕਿਤੇ ਲਈ ਹੋਈ ਆ ਤੁਸੀਂ ਵਰਸ਼ਨ 'ਚ ਪੁੱਛ ਲਿਓ ਵੀ ਉਹ ਪਰਮਿਸ਼ਨ ਤੁਹਾਨੂੰ ਸ਼ੋਅ ਕਰ ਦੇਣਗੇ। ਪਰ ਇਹ ਨਹੀਂ ਆ, ਪਬਲਿਕ ਡੀਲਿੰਗ 'ਚ ਨਾ ਲੱਗੋ। ਜੇ ਤੁਹਾਡਾ ਪ੍ਰੋਫੈਸ਼ਨ ਤੁਹਾਡੇ ਨਾਲ ਤੁਸੀਂ ਕੋਈ ਕੰਮ ਕਰਨਾ ਚਾਹੁੰਦੇ ਹੋ, ਪਹਿਲੀ ਗੱਲ ਤਾਂ ਕੋਈ ਸਰਕਾਰੀ ਅਫਸਰ ਨਾਲ ਕੋਈ ਪ੍ਰਾਈਵੇਟ ਕੰਮ ਨਹੀਂ ਕਰ ਸਕਦਾ। ਜੇ ਕਰਦਾ ਤਾਂ ਉਹਨੂੰ ਕਮਾਈ ਦਾ ਕੁਝ % ਹਿੱਸਾ ਸਰਕਾਰ ਦੇ ਖਜ਼ਾਨੇ 'ਚ ਕਰਨਾ ਪੈਂਦਾ। ਤੇ ਇਹਨਾਂ ਨੇ ਇਹ ਕੁਝ ਵੀ ਨਹੀਂ ਕੀਤਾ, ਸਿਰਫ ਇੱਕ ਆਪਣਾ ਉਹ ਪ੍ਰੋਫੈਸ਼ਨ ਨਿਭਾਉਣ ਦੇ ਮਾਰੇ ਪਬਲਿਕ ਨੂੰ ਖਰਾਬ ਕਰ ਰਿਹਾ, ਹਰਾਸ ਕਰ ਰਿਹਾ। ਤੇ ਇਹਨਾਂ ਨੂੰ ਕੋਈ ਲੈਣ ਦੇਣ ਨਹੀਂ। ਪਹਿਲਾਂ ਵੀ 1-2 ਲੋਕਾਂ ਨੇ ਆਵਾਜ਼ਾਂ ਚੱਕੀਆਂ, 1-2 ਦਿਨ ਲਗਾਤਾਰ ਇੱਥੇ ਪ੍ਰੋਟੈਸਟ ਹੁੰਦਾ ਰਿਹਾ। ਪਰ ਉਹ ਕਹਿੰਦੇ ਆ ਨਾ ਕੰਨ ਤੇ ਜੂੰ ਨਾ ਰਿੰਗਣਾ, ਉਹ ਮੁਹਾਵਰਾ ਇਹਨਾਂ ਲਈ ਬਣਿਆ। ਤੁਸੀਂ ਇਹ ਪ੍ਰੋਟੈਸਟ ਕਿਉਂ ਕਰ ਰਹੇ ਹੋ? ਤੁਹਾਡੇ ਤੱਕ ਕੋਈ ਕੰਪਲੇਂਟ ਆਈ ਕਿਸੇ ਦੀ ਜਾਂ ਕੀ ਹੈਗਾ, ਤੁਸੀਂ ਦੱਸੋਗੇ ਥੋੜਾ ਜਿਹਾ? ਮੈਂ ਸਮਾਜ ਸੇਵੀ ਹਾਂ। ਤਕਰੀਬਨ ਸਵੇਰੇ ਅਸੀਂ 8 ਵਜੇ ਦਫ਼ਤਰ ਬਹਿਣਾ ਹੁੰਦਾ, ਲੋਕਾਂ ਦੀਆਂ ਸਮੱਸਿਆਵਾਂ ਸੁਣਨੀਆਂ ਹੁੰਦੀਆਂ। ਕਿਸੇ ਨੂੰ ਮੀਟਰ ਦੀ ਪ੍ਰੋਬਲਮ ਆ, ਕਿਸੇ ਨੂੰ ਬਿੱਲ ਦੀ ਪ੍ਰੋਬਲਮ ਆ, ਕਰਨਾ ਐਕਸ਼ਨ ਨੇ ਆ। ਅਸੀਂ ਤਾਂ ਫੋਨ ਕਰ ਦੇਣਾ, ਪਰ ਲੋਕ ਜਦੋਂ 11-11 12-12 ਵਜੇ ਤੱਕ ਖੜ੍ਹਦੇ ਆ ਤੇ ਲੋਕਾਂ ਨੂੰ ਦਿੱਕਤ ਆਉਂਦੀ ਹੈ। ਲੋਕਾਂ ਨੇ ਸਵੇਰੇ ਕੰਮ ਤੇ ਜਾਣਾ ਹੁੰਦਾ 10 ਵਜੇ, ਇਹ 11 ਵਜੇ ਤੱਕ ਤਾਂ ਆਉਂਦੇ ਨਹੀਂ। ਲੋਕਾਂ ਦੇ ਕੰਮ ਕਿੱਥੋਂ ਹੋ ਰਹੇ ਆ? ਲੋਕਾਂ ਦੇ ਕੰਮ ਹੋਣਗੇ। ਪਹਿਲੀ ਗੱਲ ਤਾਂ ਸਰਕਾਰਾਂ ਨੇ ਕਿਹਾ ਵੀ ਘਰ ਜਾ ਕੰਮ ਹੋਣੇ ਆ, ਇਹ ਤਾਂ ਆਪਣੇ ਘਰੋਂ ਹੀ ਨਹੀਂ ਨਿਕਲਦੇ ਪਏ। ਘਰ ਜਾ ਕੇ ਕੰਮ ਕੀ ਕਰਨੇ? ਆਪਣੇ ਦਫ਼ਤਰ 9 ਵਜੇ ਬਹਿ ਕੇ ਲੋਕਾਂ ਦੇ ਕੰਮ ਕਰਨਾ। ਅਸੀਂ ਸੈਟੀਸਫਾਈ ਹਾਂ, ਪਰ ਆਪਣੇ ਘਰੋਂ ਤਾਂ ਨਿਕਲਣ। ਇਹ ਤਾਂ ਘਰੋਂ ਨਹੀਂ ਨਿਕਲਦੇ, ਇਹ ਤਾਂ ਸਰਕਾਰ ਨੂੰ ਆਰਡਰਾਂ ਨੂੰ ਛਿੱਕੇ ਟੰਗੀ ਜਾਂਦਾ ਐਕਸ਼ਨ। ਇਸ ਤੋਂ ਇਲਾਵਾ ਕੋਈ ਹੋਰ ਵੀ ਦਿੱਕਤ ਆ ਰਹੀ? ਬਸ ਐਕਸੀਅਨ ਸਾਹਿਬ ਨਾਲ ਤੁਹਾਡੀ ਕੋਈ ਪਰਸਨਲ ਗੱਲਬਾਤ ਹੋਈ ਹੋਵੇ ਵੀ ਕਿਉਂ ਲੇਟ ਆਉਂਦੇ ਨੇ, ਜਾਂ ਕੁਝ ਤੁਸੀਂ ਕੋਈ ਕੰਪਲੇਂਟ ਇਹਨਾਂ ਦੇ ਰਿਗਾਰਡਿੰਗ ਕੋਈ ਕੰਪਲੇਂਟ ਵੀ ਪਾਈ ਕਿਸੇ ਨੂੰ? ਮੈਂ CMD ਸਾਹਿਬ ਨੂੰ ਵੀ ਕੰਪਲੇਂਟ ਪਾਈ ਹੈ, ਚੀਫ ਸਾਹਿਬ ਨੂੰ ਕੰਪਲੇਂਟ ਪਾਈ ਹੈ, ਉਹਨਾਂ ਵੱਲੋਂ ਰਿਪਲਾਈ ਕੋਈ ਨਹੀਂ ਆਇਆ। ਮੈਂ ਦਿਖਾ ਸਕਦੇ ਹੋ? ਮੈਂ ਦਿਖਾ ਸਕਦਾ, ਮੈਂ ਮੇਲ ਪਾਈ ਆ ਉਹਨਾਂ ਨੂੰ। ਤੇ ਉਸ ਰਿਗਾਰਡਿੰਗ ਵੀ ਇਹ ਲੇਟ ਆਉਂਦੇ ਆ। ਕਾਰਨ ਕੀ ਹੈ? ਲੋਕ ਇੱਥੇ ਵਾਲੇ ਹੈਗੇ ਆ, ਇਹ ਸ਼ਿਮਲਾਪੁਰੀ ਇਲਾਕਾ ਬਹੁਤ ਘਣਤਾ ਵਾਲਾ ਇਲਾਕਾ, ਇਹ ਕੰਮਕਾਰ ਵਾਲਾ, ਗਰੀਬ ਵਰਗ ਇੱਥੇ ਜ਼ਿਆਦਾ। ਮਜ਼ਦੂਰ ਵਰਗ ਗੈਸਪੁਰੇ ਚਲ ਜਾਓ, ਕਿਤੇ ਚਲ ਜਾਓ, ਇਹ ਤਾਂ ਮਜ਼ਦੂਰ ਲੋਹਾਰੇ ਚਲ ਜਾਓ, ਇਹ ਤੇ ਮਜ਼ਦੂਰ ਵਰਗ ਜ਼ਿਆਦਾ। ਤੇ ਉਹਨਾਂ ਨੇ ਜਦੋਂ ਐਕਸ਼ਨ ਸਾਹਿਬ ਨੂੰ ਮਿਲਣਾ, ਉਹ 12 ਵਜੇ ਤੱਕ ਵੇਟ ਥੋੜੀ ਕਰ ਸਕਦੇ ਆ। ਇਹ ਤਾਂ ਰੋਜ਼ ਹਵਾਲਾ ਦੇ ਦਿੰਦੇ ਵੀ ਐਸਸੀ ਸਾਹਿਬ ਦੀ ਮੀਟਿੰਗ ਆ, 30 ਦਿਨ ਐਸਸੀ ਸਾਹਿਬ ਦੀ ਮੀਟਿੰਗ ਚੱਲਦੀ ਆ। ਅੱਜ ਵੀ ਤੁਸੀਂ ਪੁੱਛ ਲਿਓ ਵੀ ਅੱਜ ਵੀ ਕਹਿਣਗੇ ਐਸਸੀ ਸਾਹਿਬ ਦੀ ਮੀਟਿੰਗ ਆ, ਪਰ ਲੋਕ ਬਹੁਤ ਦੁਖੀ ਆ। ਸਰਕਾਰ ਨੇ ਜਿੱਥੇ ਵਾਅਦੇ ਕੀਤੇ ਸੀ ਵੀ ਅਸੀਂ ਘਰ ਘਰ ਜਾ ਕੇ ਕੰਮ ਕਰਾਂਗੇ, ਪਰ ਲੋਕ ਅੱਜ ਬਹੁਤ ਦੁਖੀ ਨੇ। ਸੋ ਤੁਹਾਨੂੰ ਦੱਸ ਦਈਏ ਕਿ ਅਸੀਂ ਵੀ ਇੱਥੇ ਆ ਕੇ ਜਦੋਂ ਰਿਐਲਿਟੀ ਚੈੱਕਅਪ ਕੀਤਾ ਸੀਗਾ, ਐਕਸੀਅਨ ਸਾਹਿਬ ਆਪਣੀ ਕੁਰਸੀ ਤੇ ਨਹੀਂ ਸੀਗੇ ਨਹੀਂ, ਔਰ ਇੱਥੇ ਦੇ ਜਿਹੜੇ ਇਹਨਾਂ ਦੇ ਅਧਿਕਾਰੀ ਨੇ ਜਾਂ ਉਹਨਾਂ ਦੇ ਕੋਈ PN ਨੇ, ਉਹਨਾਂ ਨੇ ਇਹ ਸਾਨੂੰ ਜਵਾਬ ਦਿੱਤਾ ਹੈਗਾ ਵਾ ਵੀ ਐਕਸੀਅਨ ਸਾਹਿਬ ਮੀਟਿੰਗ ਦੇ ਵਿੱਚ ਨੇ। ਪਹਿਲੇ ਵੀ 1-2 ਵਾਰੀ ਇੱਦਾਂ ਹੀ ਹੋਇਆ ਵਾ, ਅਸੀਂ ਪਹਿਲੇ ਵੈਰੀਫਾਈ ਕਰਕੇ ਗਏ ਹਾਂ, ਐਕਸੀਅਨ ਸਾਹਿਬ ਮੌਕੇ ਦੇ ਉੱਤੇ ਨਹੀਂ ਮਿਲੇ। ਅਮਨ ਜੀ ਮੇਲ ਦਿਖਾਓਗੇ? ਮੇਰੀ ਕੰਪਲੇਂਟ ਪਾਈ ਹੋਈ ਹੈ CMD ਸਾਹਿਬ ਨੂੰ, ਚੀਫ ਸਾਹਿਬ ਨੂੰ, ਐਕਸੀਅਨ ਜਨਤਾ ਨਗਰ ਵੱਲੋਂ ਰੋਜ਼ਾਨਾ ਡਿਊਟੀ ਲੇਟ ਆਉਣ ਸੰਬੰਧੀ। ਇਹ ਤਕਰੀਬਨ ਮੈਂ 3ਜੀ ਵਾਰੀ ਕੰਪਲੇਂਟ ਚੀਫ ਸਾਹਿਬ ਨੂੰ, CMD ਸਾਹਿਬ ਨੂੰ ਪਾਤੀ। ਡੇਟ ਕੀ ਹੈਗੀ? ਇਹ ਮੈਂ ਦੁਬਾਰਾ ਕੱਲ ਰਿਮਾਈਂਡ ਕਰਾਇਆ ਉਹਨਾਂ ਨੂੰ, ਦੁਬਾਰਾ ਕੱਲ ਰੀਕੰਪਲੇਂਟ ਕੀਤੀ ਆ। ਉਸ ਤੋਂ ਪਹਿਲਾਂ 1 ਹਫ਼ਤਾ ਪਹਿਲਾਂ ਵੀ ਪਾਈ ਸੀ, 1 ਮਹੀਨਾ ਪਹਿਲਾਂ ਵੀ ਪਾਈ ਸੀ। 1 ਮਹੀਨੇ ਤੋਂ ਮੈਂ ਜਦੋਂ ਅਸੀਂ ਦਫ਼ਤਰ ਬਹਿੰਦੇ ਆ ਨਾ, ਲੋਕ ਆ ਕੇ ਕੰਪਲੇਂਟ ਕਰਦੇ ਆ ਵੀ ਸਾਡਾ ਕੰਮ ਨਹੀਂ ਹੋ ਰਿਹਾ ਜਾਂ ਕੁਝ ਨਹੀਂ ਹੋ ਰਿਹਾ। ਜਦੋਂ ਉਹਨਾਂ ਕੋਲ ਪੁੱਛਿਆ ਗਿਆ, ਉਦੋਂ ਪਤਾ ਲੱਗਿਆ ਵੀ ਐਕਸ਼ਨ ਬਹਿੰਦਾ ਹੀ ਨਹੀਂ। ਜਦੋਂ ਐਕਸ਼ਨ ਨੂੰ ਅਸੀਂ ਪਹਿਲਾਂ ਮਹੀਨਾ ਨੋਟਿਸ ਕੀਤਾ, ਇਹ ਨਹੀਂ ਵੀ ਅੱਜ ਆਏ ਆ, ਕੋਈ ਸਾਡੀ ਪਰਸਨਲ ਗੱਲ ਨਹੀਂ, ਅਸੀਂ ਮਹੀਨਾ ਨੋਟਿਸ ਕੀਤਾ। ਜਦ ਸਰਕਾਰ ਵੱਲੋਂ ਤਾਂ ਵਾਅਦੇ ਕੀਤੇ ਗਏ ਸੀ ਘਰ ਘਰ ਜਾ ਕੇ ਕੰਮ ਹੋਣਗੇ, ਅੱਜ ਤਾਂ ਇੱਥੇ ਆ ਕੇ ਕੰਮ ਨਹੀਂ ਹੁੰਦੇ। ਤੇ ਐਕਸ਼ਨ ਸਾਹਿਬ ਬਿਜ਼ੀ ਕਿੱਥੇ ਨੇ? ਐਸਸੀ ਸਾਹਿਬ ਦਾ ਵਰਜਨ ਜ਼ਰੂਰ ਲਿਓ ਵੀ 30 ਦੇ 30 ਦਿਨ ਜੇ ਮੀਟਿੰਗ ਕਰਨੀ ਹੈ ਤਾਂ ਲੋਕਾਂ ਨੂੰ ਉੱਥੇ ਹੀ ਬੁਲਾ ਲਿਆ ਕਰੋ। ਐਕਸ਼ਨ ਦਾ ਦਫ਼ਤਰ ਚੱਕ ਕੇ ਐਸਸੀ ਦੇ ਨਾਲ ਹੀ ਕਰ ਲਿਓ। ਇਹ ਤਾਂ ਐਕਸ਼ਨ ਸਾਹਿਬ ਆਪਣੇ ਚੈਨਲ 'ਚ, ਆਪਣੇ YouTube ਚੈਨਲ 'ਚ ਬਿਜ਼ੀ ਨੇ। ਮੈਨੂੰ ਨਹੀਂ ਲੱਗਦਾ ਇਹ ਕਿਤੇ ਮੀਟਿੰਗ 'ਚ ਨੇ। ਤੇ ਇਸ ਤੋਂ ਇਲਾਵਾ ਕੋਈ ਹੋਰ ਵੀ ਗੱਲਬਾਤ ਹੈਗੀ ਹੈ? ਕੋਈ ਮੀਟਰਾਂ ਦੇ ਸੰਬੰਧੀ ਜਾਂ ਕੁਝ? ਮੀਟਰਾਂ ਦੇ ਸੰਬੰਧੀ ਬਹੁਤ ਕੰਪਲੇਂਟਸ ਨੇ ਮੈਨੂੰ। ਹੁਣ ਤਕਰੀਬਨ ਹਾਲ ਹੀ 'ਚ ਕੰਪਲੇਂਟ ਆਈ ਹੈ ਇੱਕ ਵੀ ਇਹ ਬਿਨਾਂ NOC ਤੋਂ ਮੀਟਰ ਇਸ਼ੂ ਕਰਦੇ ਪਏ ਆ। ਸਰਕਾਰ ਵੱਲੋਂ ਸਾਫ਼ ਹਦਾਇਤ ਆ ਵੀ ਬਿਨਾਂ NOC ਤੋਂ ਮੀਟਰ ਨਾ ਲਾਇਆ ਜਾਵੇ। ਤੇ ਇਹ ਐਕਸ਼ਨ ਸਾਹਿਬ ਤੇ ਇੱਕ JE ਵੱਲੋਂ ਉਹ ਕਿਵੇਂ ਪਾਸ ਕੀਤਾ ਜਾ ਰਿਹਾ, ਕਿਵੇਂ ਪੜਤਾਲ ਕੀਤੀ ਜਾ ਰਹੀ ਹੈ? ਜਦ ਇੱਕ SDO ਪੜਤਾਲ ਕਰਦਾ, ਐਕਸ਼ਨ ਪੜਤਾਲ ਕਰਦਾ, JE ਪੜਤਾਲ ਕਰਦਾ, ਤੇ JE ਕਿਵੇਂ ਮੀਟਰ ਲਾ ਕੇ ਆਇਆ? ਲੋਹਾਰੇ ਦਾ ਮੀਟਰ ਆ, ਢਿੱਲੋਂ ਕਲੋਨੀ ਦਾ ਘਣਸ਼ਾਮ JE ਲਾ ਕੇ ਆਇਆ। ਕੋਈ ਨੰਬਰ ਹੈਗਾ? ਉਹਦਾ ਨੰਬਰ ਮੈਂ ਦੇ ਦਿੰਦਾ ਜੀ। ਸੋ ਬਹੁਤ ਵੱਡੀ ਗੱਲ ਹੈ, ਜਿੱਥੇ ਦਾ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਵੀ ਮੀਟਰ ਜਿਹੜੇ ਹੈਗੇ ਬਿਨਾਂ NOC ਤੋਂ ਨਹੀਂ ਲੱਗਣਗੇ, ਔਰ ਇੱਥੇ ਹੀ ਮੀਟਰ ਬਿਨਾਂ NOC ਤੋਂ ਲੱਗਣ ਦੀ ਗੱਲ ਸਾਹਮਣੇ ਆ ਰਹੀ ਹੈਗੀ ਹੈ। ਦੱਸੋ ਜੀ। ਇਹ ਖਾਤਾ ਨੰਬਰ ਆ 3008100465। ਢਿੱਲੋਂ ਨਗਰ ਦਾ ਖਾਤਾ ਆ, ਲੋਹਾਰੇ ਦਾ ਖਾਤਾ ਆ। ਤੁਸੀਂ ਚੈੱਕ ਕਰਵਾ ਲਓ, ਮੇਰੇ ਨਾਲ ਚੱਲ ਪਓ, ਬੰਦੇ ਦੀ ਬਾਈਟ ਲੈ ਲਓ। ਜੇ ਉਹਦੇ ਕਾਗਜ਼ ਪੂਰੇ ਨਿਕਲਣ ਫਿਰ ਦਿਖਾਓ। ਇਹ ਐਕਸ਼ਨ ਸਾਹਿਬ ਪਲੱਸ JE ਦੀ ਰਲੀ ਭੁਗਤਾ। ਬਿਨਾਂ NOC ਤੋਂ ਮੀਟਰ ਲੱਗਦੇ ਆ, ਆਪ ਇਹ ਆਉਂਦੇ ਨਹੀਂ। ਬੰਦਾ ਗੱਲਬਾਤ ਕਿਹਦੇ ਨਾਲ ਕਰੇ? ਅਸੀਂ ਇਸ ਸੰਬੰਧੀ ਗੱਲ ਕਰਨ ਨੂੰ ਵੀ ਬਿਨਾਂ NOC ਤੋਂ ਮੀਟਰ ਤੁਸੀਂ ਇਸ਼ੂ ਨਹੀਂ ਕਰ ਸਕਦੇ ਵੀ ਸਰਕਾਰ ਇਸ ਚੀਜ਼ ਦੇ ਖਿਲਾਫ ਆ, ਸਰਕਾਰ ਦੀਆਂ ਹਦਾਇਤਾਂ ਨਹੀਂ ਹੈਗੀਆਂ। ਪਰ ਕਾਨੂੰਨ ਨੂੰ ਛਿੱਕੇ ਟੰਗ ਕੇ ਅੱਜ ਐਕਸ਼ਨ ਬਿਨਾਂ NOC ਤੋਂ ਮੀਟਰ ਲੈ ਰਿਹਾ। ਹੁਣ ਜਿੱਥੇ ਤੱਕ ਇਹ ਆ ਗੱਲ ਪੈਸੇ ਦੀ ਆ,
ਪੈਸਾ ਆ ਰਿਹਾ, ਕੋਈ ਕਿਸੇ ਦਾ ਪਰਸਨਲ ਤਾਂ ਹੈ ਨਹੀਂ। ਜੇ ਆਪਾਂ ਢਿੱਲੋਂ ਨਗਰ ਦੇਖੀਏ ਤਾਂ ਪ੍ਰਵਾਸੀ ਬੰਦੇ ਰਹਿੰਦੇ ਆ, ਕੋਈ ਇਹਦਾ ਐਕਸ਼ਨ ਦਾ ਪਰਸਨਲ ਤਾਂ ਹੋ ਨਹੀਂ ਸਕਦਾ। ਗੱਲ ਆ ਗਈ ਪੈਸੇ ਦੀ, ਜਿੱਥੇ ਤੱਕ ਮੈਨੂੰ ਲੱਗਦਾ ਵੀ ਇਹ ਪੈਸੇ ਨਾਲ ਚੱਲਣ ਵਾਲਾ ਐਕਸ਼ਨ। ਸੋ ਇਸ ਤੋਂ ਇਲਾਵਾ ਕੋਈ ਹੋਰ ਗੱਲ ਤਾਂ ਨਹੀਂ ਹੈਗੀ? ਇਸ ਤੋਂ ਇਲਾਵਾ ਹੋਰ ਬਹੁਤ ਕੰਪਲੇਂਟਾਂ ਨੇ, ਪਰ ਕੰਪਲੇਂਟਾਂ ਦੀ ਅਸੀਂ ਗੱਲ ਉਦੋਂ ਕਰਦੇ ਹਾਂ ਜਦੋਂ ਪੱਕੀ ਹੋਵੇ। ਠੀਕ ਹੈ, ਅਸੀਂ ਗੱਲ ਐਕਸ਼ਨ ਸਾਹਿਬ ਨਾਲ ਕਲੀਅਰ ਤਾਂ ਕਰ ਸਕਦੇ ਹਾਂ ਜੇ ਉਹ ਆਉਣ। ਐਸੀ ਸਾਹਿਬ ਹੀ ਨਹੀਂ ਛੱਡਦੇ ਉਹਨਾਂ ਨੂੰ, ਐਸੀ ਸਾਹਿਬ ਛੱਡਣ ਤਾਂ ਲੋਕ ਫੜਨ। ਲੋਕਾਂ ਦੀ ਗੱਲ ਮੈਂ ਇਹੀ ਭਗਵੰਤ ਮਾਨ ਸਾਹਿਬ ਨੂੰ ਅਪੀਲ ਕਰਦਾ, ਆਮ ਆਦਮੀ ਪਾਰਟੀ ਦੀ ਸਰਕਾਰ ਨੂੰ, ਰਾਘਵ ਚੱਡਾ ਜੀ ਨੂੰ ਅਪੀਲ ਕਰਦਾ, ਐਕਸ਼ਨ ਸਾਹਿਬ ਨੂੰ ਵੀ ਅਪੀਲ ਕਰਦਾ ਵੀ ਟਾਈਮ ਨਾਲ ਆਓ। ਤੇ ਸਰਕਾਰ ਨੂੰ ਇਹ ਅਪੀਲ ਆ ਵੀ ਇਦਾਂ ਦੇ ਅਫਸਰਾਂ ਨੂੰ ਨੋਟ ਪਬਲਿਕ ਡੀਲਿੰਗ 'ਚ ਲਾਓ। ਲੋਕ ਬਹੁਤ ਦੁਖੀ ਹੋ ਚੁੱਕੇ ਨੇ। ਸਾਡੇ ਨਾਲ ਇੱਕ ਹੋਰ ਪੀੜਿਤ ਖੜਾ ਹੋਇਆ ਵਾ ਜਿਹਦੇ ਹੱਥ 'ਚ ਫਾਈਲ ਹੈਗੀ ਹੈ, ਔਰ ਇਸ ਫਾਈਲ ਦੇ ਵਿੱਚ ਬਿਜਲੀ ਦੇ ਬਿੱਲ ਔਰ ਐਪਲੀਕੇਸ਼ਨਾਂ ਔਰ ਇਹ ਸਾਰਾ ਕੁਝ ਲਈ ਫਿਰਦੇ ਨੇ ਪਲੰਦੇ। ਹੁਣ ਇਹਨਾਂ ਨਾਲ ਦੇਖਦੇ ਹਾਂ ਕੀ ਮਸਲਾ ਕੀ ਹੈਗਾ। ਹਾਂਜੀ ਭਾਜੀ, ਕੀ ਮਸਲਾ ਤੁਹਾਡਾ? ਸਾਰਿਆਂ ਨੂੰ ਪਹਿਲਾਂ ਤਾਂ ਸਾਰੀ ਪੂਰੇ ਪੰਜਾਬ ਨੂੰ ਅਪੀਲ ਇਹੀ ਕਰਦੇ ਹਾਂ ਕਿ ਜਦੋਂ ਵੀ ਤੁਹਾਡੇ ਨਾਲ ਨਹੀਂ ਇਨਸਾਫ ਹੋ ਰਿਹਾ ਤਾਂ ਆਪਣਾ ਇਨਸਾਫ ਲੈਣ ਲਈ ਅੱਗੇ ਆਓ। ਡਰਨ ਦੀ ਕੋਈ ਲੋੜ ਨਹੀਂ, ਅੱਗੇ ਵਧੋ। ਅਤੇ ਮੇਰੀ ਇਹੀ ਅਪੀਲ ਹੈ ਕਿ ਮੈਂ ਪਿਛਲੇ 2 ਮਹੀਨੇ ਤੋਂ 3 ਮਹੀਨੇ ਤੋਂ ਇੱਥੇ ਆ ਰਿਹਾ, ਅਫਸਰ ਸਾਹਿਬਾਨਾਂ ਕੋਲ, ਸਾਰਿਆਂ ਕੋਲ ਆ ਰਿਹਾ, ਅਤੇ ਮੈਨੂੰ ਕਹਿੰਦੇ ਐਪਲੀਕੇਸ਼ਨ ਦਿਓ। ਸਾਡਾ ਮੀਟਰ ਕੀ ਹੈ, ਸਾਡੀ 125 ਯੂਨਿਟ 200 ਯੂਨਿਟ ਫੁੱਕਦੀ ਆ, ਤਾਂ ਸਾਨੂੰ ਪਤਾ ਆਲਰੇਡੀ ਅਸੀਂ 50 ਸਾਲਾਂ ਤੋਂ ਉਸ ਮੀਟਰ ਨੂੰ ਚਲਾ ਰਹੇ ਹਾਂ, ਫੈਕਟਰੀ ਨੂੰ ਚਲਾ ਰਹੇ ਹਾਂ। ਸਾਨੂੰ ਪਤਾ ਸਾਡੀ ਯੂਨਿਟ ਕਿੰਨੀ ਫੁੱਕਦੀ ਆ। ਇਸ ਦੇ ਬਾਵਜੂਦ ਵੀ ਸਾਨੂੰ ਜੇਈ ਸਾਹਿਬ, ਐਕਸ਼ਨ, ਹੋਰ ਵੀ ਡਿਪਾਰਟਮੈਂਟ ਸਾਰੇ ਸਾਨੂੰ ਇਹੀ ਕਹਿੰਦੇ ਆ ਕਿ ਤੁਹਾਡਾ ਮੀਟਰ ਨਹੀਂ ਪ੍ਰੋਬਲਮ, ਸਾਡੇ 'ਚ ਤੁਹਾਡੇ ਅੰਦਰ ਪ੍ਰੋਬਲਮ ਆ ਫੈਕਟਰੀ 'ਚ। ਅਸੀਂ ਇਹਨਾਂ ਦੇ ਕਹਿਣ 'ਤੇ ਆਪਣੀ ਫੈਕਟਰੀ ਵੀ ਸਾਰੀ ਕੱਲੀ ਤਾਰ ਅਤੇ ਕੱਲੀ ਮੋਟਰ ਅਤੇ ਕੱਲੀ ਮਸ਼ੀਨ ਅਸੀਂ ਚੈੱਕ ਕਰ ਚੁੱਕੇ ਹਾਂ 2 ਮਹੀਨੇ ਤੋਂ ਪਿਛਲੇ। ਅਤੇ ਸਾਡਾ ਅੱਜ ਤਾਂ ਵੀ ਪਹਿਲਾਂ ਚਾਰਜਿਸ ਲੱਗਦੇ ਸੀ MDI ਦੇ, MDI ਵੀ ਸਾਡੀ ਮਤਲਬ ਕਿ ਅਸੀਂ ਕਰ ਲਈ ਆ ਲੋਟ, ਉਹ ਵੀ ਸਾਰਾ ਕੁਝ ਸੋਲਵ ਕਰ ਲਿਆ। ਪਰ ਅੱਜ ਕੀ ਚੱਕਰ ਆ ਕਿ ਸਾਡੀ 125 ਯੂਨਿਟ ਫੁੱਕਦੀ ਆ 200, ਤਾਂ ਸਾਡੀ ਅੱਜ ਇਹਨਾਂ ਨੇ 1 ਮਹੀਨੇ ਦਾ ਬਿੱਲ ਨਾ ਭੇਜ ਕੇ, 1 ਮਹੀਨੇ ਦਾ ਸਾਨੂੰ ਬਿੱਲ ਨਹੀਂ ਪ੍ਰਾਪਤ ਹੋਇਆ, ਅਤੇ ਦੂਏ ਮਹੀਨੇ ਬਿੱਲ ਇਕੱਠਾ ਕਰਕੇ ਇਹਨਾਂ ਨੇ ਸਿਰਫ ਐਵਰੇਜ ਕੱਢ ਕੇ 300 ਯੂਨਿਟ ਪਿਛਲੇ ਮਹੀਨੇ ਦੀ ਅਤੇ 300 ਯੂਨਿਟ ਦੀ ਐਤਕੀ ਪਾ ਕੇ ਇਹਨਾਂ ਨੇ ਸਾਨੂੰ ਬਿੱਲ ਭੇਜਤਾ 29,000 ਕੁਛ ਰੁਪਏ ਦਾ। ਅਸੀਂ ਇਹ ਸਾਬਤ ਕਰਨਾ ਚਾਹੁੰਦੇ ਹਾਂ ਕਿ ਸਾਨੂੰ ਕੋਈ ਚੱਕਰ ਨਹੀਂ, ਅਸੀਂ ਪੇ ਕਰਦੇ ਹਾਂ, ਟੈਕਸ ਵੀ ਪੇ ਕਰਦੇ ਹਾਂ, ਸਭ ਕੁਝ ਪੇ ਕਰਦੇ ਹਾਂ, ਆਲਰੇਡੀ ਐਡਵਾਂਸ ਪੇ ਕਰਦੇ ਹਾਂ। ਅਸੀਂ ਬਿੱਲ ਨਹੀਂ ਕਦੇ ਰੱਖਿਆ ਗੌਰਮੈਂਟ ਦਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ, ਅਤੇ ਸਾਡੇ ਨਾਲ ਹੀ ਇੰਨਾ ਧੱਕਾ ਹੋ ਰਿਹਾ ਕਿ ਸਾਡੀ ਸੁਣਵਾਈ ਨਹੀਂ ਹੋ ਰਹੀ। ਇਸ ਕਰਕੇ ਪੰਜਾਬ ਗੌਰਮੈਂਟ ਨੂੰ ਇਹੀ ਅਪੀਲ ਕਰਦਾ, ਭਗਵੰਤ ਮਾਨ ਸਾਹਿਬ ਨੂੰ, ਉਹ ਬਾਕੀ ਗੱਲਾਂ ਛੱਡੋ, ਚੋਣਾਂ ਹੁੰਦੀਆਂ ਰਹਿਣੀਆਂ ਨੇ ਅਦਰ ਸਟੇਟਾਂ 'ਚ, ਆਪਾਂ ਪੰਜਾਬ ਵੱਲ ਹੀ ਧਿਆਨ ਦਈਏ। ਲਾਅ ਐਂਡ ਆਰਡਰ ਵੀ ਨਹੀਂ ਹੈਗਾ ਇੱਥੇ, ਨਿੱਤ ਵਾਰਦਾਤ ਹੁੰਦੀ ਆ, ਦਿਨ ਦਿਹਾੜੇ ਹੁੰਦੀਆਂ ਨੇ, ਇਹਨਾਂ ਨੂੰ ਕੰਟਰੋਲ ਕਰੀਏ। ਆਪਾਂ ਬਾਹਰ ਛੱਡੋ, ਬਾਹਰਲੀਆਂ ਸਟੇਟਾਂ, ਬਾਹਰਲੇ ਸਟੇਟ ਵਾਲੇ ਆਪ ਲੋਕ ਹੈਂਡਲ ਕਰਨਗੇ ਉੱਥੇ ਦੇ। ਤੁਸੀਂ ਮਿਲਣ ਕਿਹਨੂੰ ਆਏ ਸੀਗੇ ਫਾਈਲ ਲੈ ਕੇ? ਸਰ ਮੈਂ ਪਹਿਲਾਂ ਤਾਂ ਜੇਈ ਸਾਹਿਬ ਕੋਲ ਆਉਂਦਾ ਰਿਹਾ 2 ਮਹੀਨੇ। ਅੱਜ ਮੈਂ ਜੇਈ ਕੌਣ ਹੈ? ਜੇਈ ਸਾਹਿਬ ਦਾ ਮੈਨੂੰ ਮਨਪ੍ਰੀਤ ਸਿੰਘ ਨੇ, ਸ਼ਾਇਦ ਜੇਈ ਸਾਹਿਬ ਹਰਪ੍ਰੀਤ ਸਿੰਘ ਨੇ, ਆਪਣੇ ਐਕਸ਼ਨ ਹੈਗੇ ਨੇ ਮਨਪ੍ਰੀਤ ਸਿੰਘ ਇੱਥੇ ਇਸ ਟਾਈਮ। ਇਹ ਤਾਂ ਮਿਲਦੇ ਵੀ ਨਹੀਂ ਕਈ ਵਾਰ ਸਾਨੂੰ, ਮੈਂ ਕਈ ਵਾਰ ਆ ਚੁੱਕਿਆ, ਇੱਥੇ ਹੁੰਦੇ ਨਹੀਂ ਸੀ ਇਹ, 12 ਵਜੇ ਵੀ ਨਹੀਂ ਹੁੰਦੇ ਸੀ। ਮਨਪ੍ਰੀਤ ਉਹੀ ਨੇ ਸਾਹਮਣੇ? ਮਨਪ੍ਰੀਤ ਇਹ ਜਿਹੜੇ ਇਹ ਬੈਠੇ ਨੇ, ਇਹ ਮਿਲਦੇ ਨਹੀਂ ਤੁਹਾਨੂੰ? ਨਹੀਂ ਮਿਲਦੇ ਵੀਰੇ। ਆਪਾਂ ਚਲੀਏ ਇੱਕ ਵਾਰੀ ਗੱਲ ਕਰੀਏ ਸਾਹਮਣੇ ਔਨ ਕੈਮਰਾ। ਵੀਰੇ ਔਨ ਕੈਮਰਾ ਚਲੋ, ਮੈਂ ਕਈ ਵਾਰ ਆਇਆ ਵੀਰੇ, ਮੈਨੂੰ 12 ਵਜੇ ਹੀ ਮਿਲੇ, 11 ਵਜੇ ਛੱਡੂਗਾ। ਮੈਂ ਕਹਿਣਾ ਯਾਰ ਚਲੋ ਆਓ ਆਪਾਂ ਇੱਕ ਔਨ ਕੈਮਰਾ ਇੱਥੇ ਦੇ ਜਿਹੜੇ ਹੈਗੇ ਨੇ ਮੇਨ ਬੈਠੇ ਨੇ ਮਨਪ੍ਰੀਤ ਸਿੰਘ, ਕੌਣ ਨੇ ਉਹ? ਐਕਸ਼ਨ ਸਾਹਿਬ ਨੇ। ਸੋ ਔਨ ਕੈਮਰਾ ਆਪਾਂ ਇੱਕ ਵਾਰੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਸਰ ਆ ਜਾਈਏ। ਸਰ ਇੱਕ ਲੜਕਾ ਖੜਾ ਹੋਇਆ ਬਾਹਰ, ਇੱਧਰ ਆਓ ਬੇਟਾ, ਇਹ ਦਿਖਾਓ ਸਰ ਨੂੰ ਫਾਈਲ। ਇਹਨਾਂ ਦੇ ਦੋਸ਼ ਲੱਗਦੇ ਪਏ ਜੀ ਬਿਜਲੀ ਡਿਪਾਰਟਮੈਂਟ ਦੇ ਉੱਤੇ, ਔਰ ਤੁਹਾਡੇ ਉੱਤੇ ਵੀ ਦੋਸ਼ ਲਗਾ ਰਹੇ ਨੇ ਵੀ ਜਦੋਂ ਵੀ ਮੈਂ ਆਉਂਦਾ ਵਾਂ ਇੱਥੇ ਇਹ ਆਪਣੀ ਸੀਟ 'ਤੇ ਮੈਨੂੰ ਮਿਲਦੇ ਨਹੀਂ ਹੈਗੇ, ਔਰ ਮੈਂ ਧੱਕੇ ਖਾ ਕੇ ਚਲੇ ਜਾਂਦਾ। ਸਰ ਮੈਂ ਪਿਛਲੇ 2 ਮਹੀਨੇ ਤੋਂ ਇੱਥੇ ਆ ਰਿਹਾ ਆਫਿਸ, ਜੇਈ ਸਾਹਿਬ ਨੂੰ ਵੀ ਮਿਲ ਚੁੱਕਿਆ, ਮੈਂ ਐਪਲੀਕੇਸ਼ਨਾਂ ਵੀ ਦੇ ਚੁੱਕਿਆ। ਆਹ ਦੇਖੋ ਡੇਟ ਬਕਾਇਦਾ, ਸਾਰਾ ਕੁਛ ਮੇਰੇ ਹੱਥੀਂ ਲਿਖੀ ਹੋਈ ਹੈ ਐਪਲੀਕੇਸ਼ਨ, ਮੈਂ ਸਭ ਕੁਛ ਕਰ ਲਿਆ। ਇਹ ਸਿਰਫ ਅੰਦਰ ਮੀਟਰ ਚੈੱਕ ਕਰਕੇ ਸਿਰਫ ਮੈਨੂੰ ਦੱਸਿਆ ਤੁਹਾਡੀ MDI ਵੱਧ ਆ, ਮੈਨੂੰ ਇਹ ਨਹੀਂ ਦੱਸਿਆ MDI ਕਿਉਂ ਵੱਧ ਰਹੀ ਆ।
ਮੇਰਾ ਸਾਰਾ ਕੁਝ ਪਿਛਲੇ 50 ਸਾਲਾਂ ਤੋਂ ਸਾਡੀ ਵਰਕਸ਼ਾਪ ਚੱਲਦੀ ਆ। ਐਮਡੀ ਰਾਜੀ ਤਾਂ ਵੱਧਦਾ ਜੀ ਇਹ ਕਿਉਂਕਿ ਤੁਹਾਡਾ ਲੋਡ ਦੇ ਵਿੱਚ ਲੋਡ ਵੱਧ ਚੱਲਿਆ ਹੋਊਗਾ। ਮੈਂ ਮੰਨਦਾ ਸਰ ਪਿਛਲੇ ਸਾਲਾਂ 'ਚ ਨਹੀਂ ਵਧੀ ਕਦੇ, ਪਿੱਛੇ ਆ ਦੇਖੋ ਪੁਰਾਣੇ ਬਿੱਲ ਪਏ ਨੇ ਪਿਛਲੇ ਮਹੀਨਿਆਂ ਦੇ, ਉਹਨਾਂ 'ਚ ਨਹੀਂ ਵਧੀ, ਤਾਂ ਆਹੀ 2-4 ਮਹੀਨਿਆਂ ਤੋਂ ਐਮਡੀ ਕਿਉਂ ਵਧ ਰਹੀ ਆ? ਅਸੀਂ ਇਹਨਾਂ ਨੇ ਕਿਹਾ ਤੁਹਾਡੇ ਅੰਦਰ ਪ੍ਰੋਬਲਮ ਆ, ਅਸੀਂ ਕੱਲੀ ਚੀਜ਼ ਚੈੱਕ ਕਰਾ ਲਈ ਆ, ਕੱਲੀ ਵਰਕਸ਼ਾਪ ਜਿੰਨੀਆਂ ਵੀ ਇਕਵਿਪਮੈਂਟ ਲੱਗਿਆ ਸਾਡੇ, ਅਸੀਂ ਕੱਲੀ ਐਮਡੀ ਚੈੱਕ ਕਰ ਲਈ ਆ, ਸਾਰਾ ਕੁਝ ਚੈੱਕ ਕਰ ਲਿਆ। ਕਿਹੜੇ ਜੀ ਸਾਹਿਬ ਨੂੰ ਮਿਲੇ ਹੋ? ਹਰਪ੍ਰੀਤ ਸਿੰਘ ਨੂੰ ਮਿਲ ਚੁੱਕਿਆ ਸਰ ਮੈਂ। ਠੀਕ ਹੈ ਜੀ, ਉਹਨਾਂ ਨਾਲ ਮੇਰੀ ਸਾਰਾ ਕੁਝ ਹੋ ਚੁੱਕਿਆ, ਪਰ ਤਾਂ ਵੀ ਸਾਡੀ ਸੁਣਵਾਈ ਨਹੀਂ ਹੋ ਰਹੀ। ਕਿਸ ਚੀਜ਼ ਦੀ ਸੁਣਵਾਈ? ਜੇ ਐਮਡੀ ਤੁਹਾਡਾ ਵੱਧਦਾ ਆ, ਉਹਨਾਂ ਨੇ ਰਿਪੋਰਟ ਕੀਤੀ ਹੋਈ ਹੈ ਜੀ। ਸਰ ਮੈਂ ਮੰਨਦਾ ਇਸ ਤੋਂ ਬਾਅਦ ਮੈਂ ਸਾਰਾ ਕੁਝ ਕਰ ਲਿਆ, ਪਰ ਅੱਜ ਫਿਰ ਕਿਉਂ ਮੈਂ ਸਾਰਾ ਕੁਝ ਕਰ ਲਿਆ, ਐਮਡੀ ਕਿਉਂ ਭਰ ਰਹੀ ਹੈ? ਤੁਹਾਡੇ ਮੀਟਰ ਦੀ ਪ੍ਰੋਬਲਮ ਹੋ ਸਕਦੀ ਹੈ, ਮੀਟਰ ਕਿਉਂ ਨਹੀਂ ਚੈਲੰਜ ਕਰਵਾ ਰਹੇ? ਤੁਸੀਂ ਮੀਟਰ ਚੈਲੰਜ ਲਿਖੀ ਨਹੀਂ? ਮੈਂ ਸਰ ਪਿਛਲੀ ਵਾਰ ਵੀ ਆਇਆ, ਪਿਛਲੀ ਵਾਰੀ ਨਹੀਂ ਲਿਖਣ ਦਿੱਤੀ ਉਹਨਾਂ ਨੇ। ਕਿਹਨਾਂ ਨੇ ਨਹੀਂ ਲਿਖਣ ਦਿੱਤੀ? ਜੀ ਸਾਹਿਬ ਕਹਿੰਦੇ ਨਹੀਂ ਤੁਹਾਡੇ ਅੰਦਰ ਪ੍ਰੋਬਲਮ ਆ। ਮੈਂ ਕਿਹਾ ਕੋਈ ਗੱਲ ਨਹੀਂ ਸਰ, ਮੈਂ ਮਹੀਨਾ ਚਲਾ ਕੇ ਦੇਖ ਲੈਂਦਾ। ਤੇ ਉਹ ਫੇਰ ਕਿਉਂ ਵਧੀ? ਮੈਂ ਸਾਰਾ ਕੁਝ ਤੁਸੀਂ ਮੈਨੂੰ ਆ ਕੇ ਕਿਉਂ ਨਹੀਂ ਦਿੱਤੀ? ਤੁਸੀਂ ਮਿਲਦੇ ਨਹੀਂ ਸੀਗੇ। ਕਦੋਂ ਨਹੀਂ ਮਿਲਿਆ ਮੈਂ? ਕੱਲ ਆਏ ਤੁਸੀਂ? ਕੱਲ ਛੱਡੋ ਯਾਰ, ਮੈਂ ਪਰਸੋਂ ਆਏ। ਪਿਛਲੇ 2 ਮਹੀਨੇ ਤੋਂ ਆ ਰਿਹਾ। ਮੈਂ ਤਾਂ ਡੇਲੀ ਦਫ਼ਤਰ ਆ ਰਿਹਾ ਜੀ ਸਰ। ਮੈਂ ਜਦੋਂ ਆਉਣਾ 12 ਵਜੇ ਆਵਾਂ, ਚਾਹੇ ਸ਼ਾਮ ਤੋਂ ਬਾਅਦ ਆਵਾਂ, ਲੰਚ ਟਾਈਮ ਤੋਂ ਬਾਅਦ ਆਵਾਂ, ਤੁਸੀਂ ਹੁੰਦੇ ਨਹੀਂ ਸੀਗੇ। ਇੱਥੇ ਹੀ ਹੁੰਨਾ ਜੀ। ਕੱਲ ਵੀ ਇੱਥੇ ਸੀਗਾ ਜੀ, ਮੈਂ ਸਾਰਾ ਦਿਨ ਇੱਥੇ ਸੀ। ਕੱਲ ਤਾਂ ਛੱਡੋ ਸਰ, ਪਰਸੋਂ ਅੱਜ ਵੀ ਆਇਆ ਇੱਥੇ ਸੀ। ਮੈਂ 2 ਮਹੀਨੇ ਬਾਅਦ। ਚਲੋ ਲੈਟਰ ਲਿਖ ਕੇ ਦਿਓ ਜੀ, ਜਿਹੜੀ ਵੀ ਹੈਗੀ। ਜੇ ਮੀਟਰ ਚੇਂਜ ਕਰਾਉਣਾ ਚਾਹੁੰਦੇ ਮੀਟਰ ਚੇਂਜ ਕਰ ਦਿਓ। ਮੀਟਰ ਚੇਂਜ ਸਰ, ਪਹਿਲਾਂ ਸਾਨੂੰ ਇਹ ਪ੍ਰੋਬਲਮ ਮੀਟਰ ਜਿਹੜਾ ਸਾਡਾ ਪੁਰਾਣਾ ਲੱਗਿਆ ਉਹਨੂੰ ਚੈਲੰਜ ਕਰੋ ਪਹਿਲਾਂ, ਉਹ 'ਚ ਦੇਖੋ ਉਹ 'ਚ ਤਾਂ ਨਹੀਂ ਕੋਈ ਪ੍ਰੋਬਲਮ, ਉਹ ਤਾਂ ਹੀ ਜੰਪ ਕਰ ਰਿਹਾ। ਯੂਨਿਟ ਐਪਲੀਕੇਸ਼ਨ ਦਿਓਗੇ ਤਾਂ ਹੀ ਦਿਓ। ਸਾਰਾ ਐਪਲੀਕੇਸ਼ਨ ਮੈਂ ਤਾਂ ਦਵਾਂ ਜੇ ਤੁਸੀਂ ਸੁਣਵਾਈ ਹੋਵੇ ਇੱਥੇ। ਸੁਣਵਾਈ ਹੋਈ ਹੈ ਜੀ, ਆ ਦੇਖੋ ਜੇਈ ਦੀ ਰਿਪੋਰਟ ਹੋਈ ਹੈ। ਮੈਂ ਮੰਨਦਾ, ਪਰ ਮੁੜ ਕੇ ਨਹੀਂ ਆਏ। ਹਾਂਜੀ, ਮੁੜ ਕੇ ਨਹੀਂ ਪਹੁੰਚੇ ਸਰ। ਯਾਰ ਇੱਕ ਵਾਰੀ ਐਪਲੀਕੇਸ਼ਨ ਦਿੱਤੀ, ਜੇਈ ਨੇ ਰਿਪੋਰਟ ਦੇ ਦਿੱਤੀ ਤੁਹਾਨੂੰ ਵੀ ਤੁਹਾਡੀ ਐਮਡੀ ਇੰਨੀ ਚੱਲ ਰਹੀ ਹੈ। ਤੁਹਾਡੇ ਮਹਿਕਮੇ ਦੇ ਬੰਦਿਆਂ ਨੇ ਸਾਡੀ ਪਿੱਛੇ ਚੈੱਕ ਕਰ ਲਓ ਬਿੱਲ ਪੁਰਾਣੇ, ਸਾਡੀ ਮਸਾਂ ਹੀ 125 ਯੂਨਿਟ ਫੁੱਕਦੀ ਆ, 225 ਯੂਨਿਟ। ਠੀਕ ਆ ਜੀ ਸਰ। ਯੂਨਿਟ ਨਾਲ ਪਹਿਲੀ ਗੱਲ ਤਾਂ ਯੂਨਿਟ ਨਾਲ ਐਮਡੀ ਦਾ ਕੋਈ ਲੈਣਾ ਦੇਣਾ ਨਹੀਂ। ਸਰ ਪਹਿਲਾਂ ਦੂਜੀ ਪ੍ਰੋਬਲਮ ਤਾਂ ਸੁਣ ਲਓ। ਹਾਂਜੀ ਦੱਸੋ ਸਰ ਜੀ, ਦੂਜੀ ਪ੍ਰੋਬਲਮ ਤਾਂ ਸੁਣ ਲਓ। ਤੁਸੀਂ ਇੱਕ ਤੀ ਅੜ ਗਏ, ਹੁਣ ਤੁਸੀਂ ਇੱਕ ਇਸ਼ੂ ਬਣਾ ਲਿਆ। ਤੁਸੀਂ ਆਹ ਦੇਖੋ ਪਿਛਲੇ ਬਿੱਲਾਂ 'ਚ ਸਾਡੀ 125 200 ਯੂਨਿਟ ਫੁੱਕਦੀ ਆ। ਠੀਕ ਹੈ ਜੀ। ਤੇ ਇਹਨਾਂ ਨੇ ਕੀ ਕੀਤਾ, ਆਹ ਬਿੱਲ 'ਚ ਜਿਹੜਾ ਨਿਊ ਬਿੱਲ ਆਇਆ, ਇਹਨਾਂ ਨੇ ਆਹ 7ਵੇਂ ਮਹੀਨੇ ਦੀ ਯੂਨਿਟ ਆਊਗੀ ਇੱਥੇ। ਜੇ ਸਾਨੂੰ 1 ਮਹੀਨੇ ਦਾ ਬਿੱਲ ਨਹੀਂ ਪਹੁੰਚਿਆ, ਇੱਥੇ 7ਵੇਂ ਮਹੀਨੇ ਦੀ ਯੂਨਿਟ ਆਉਣੀ ਚਾਹੀਦੀ ਨਾ। ਪਿੱਛੇ ਬਿੱਲ ਆਇਆ 8ਵੇਂ ਮਹੀਨੇ, 7ਵੇਂ ਤੋਂ 8ਵੇਂ ਦਾ। ਆਹ ਦੇਖੋ, ਆਹ ਪਿਆ ਬਿੱਲ, ਆ ਰਿਹਾ ਜੀ ਬਿੱਲ ਤਾਂ। ਆਹ ਦੇਖੋ ਇੱਥੇ 607 ਆ ਨਾ। ਇੱਥੇ ਸਾਡੀ ਗਲਤੀ ਤਾਂ ਨਹੀਂ, ਇੱਥੇ 11,907 ਹੋ ਗਿਆ, ਇੱਥੇ 11,607 ਆ। ਇੱਥੋਂ ਯੂਨਿਟ ਚੱਕਣੀ ਚਾਹੀਦੀ ਆ, ਜਾਂ ਇਹਨੂੰ 900 ਤੋਂ ਚੱਕਣੀ ਚਾਹੀਦੀ ਆ। ਕਿੱਦਾਂ ਜੀ? ਆਹ ਦੇਖੋ ਸਰ, 올ਡ ਯੂਨਿਟ ਦੇਖੋ। 607 ਠੀਕ ਹੈ, ਸਾਨੂੰ ਬਿੱਲ ਨਹੀਂ ਪ੍ਰਾਪਤ ਹੋਇਆ ਤੁਹਾਡਾ 1 ਮਹੀਨੇ ਦਾ। ਠੀਕ ਹੈ ਜੀ। ਇੱਥੇ 11,607 ਹੈ। ਠੀਕ ਹੈ ਜੀ। ਇੱਥੇ ਬੰਦੇ ਨੇ ਮੀਟਰ ਯੂਨਿਟ ਲੈਣ ਵਾਲੇ ਨੇ 1,907 ਤੋਂ ਕਿਉਂ ਚੱਕੀ? ਇੱਥੋਂ ਹੀ ਚੱਕਣੀ ਚਾਹੀਦੀ ਆ। ਇਹ ਸਰ ਤੁਹਾਡੀ ਕੰਜ਼ੰਪਸ਼ਨ ਹੈ ਜੀ। ਸਰ ਮੈਂ ਮੰਨਦਾ, ਇਹ ਤੁਹਾਡੀ ਕੰਜ਼ੰਪਸ਼ਨ ਹੈ। ਜਦੋਂ 올ਡ ਸਰ ਬਿੱਲ ਚੱਕਣਾ, ਜਦੋਂ ਆਪਾਂ ਪੁਰਾਣੇ ਮਹੀਨੇ ਤੋਂ ਹੀ ਚੱਕੇ ਜਾਊ ਨਾ, ਪੁਰਾਣੀ ਯੂਨਿਟ ਦੀ ਚੱਕੇ ਜਾਊ ਨਾ। ਇਹਦੇ ਵਿੱਚ ਇੱਕ ਬਿੱਲ ਰਾਜੀ ਹੋਰ ਆਇਆ ਹੋਇਆ ਸਰ, ਨਹੀਂ ਪ੍ਰਾਪਤ ਹੋਇਆ ਸਾਨੂੰ। ਉਹ ਪ੍ਰਾਪਤ ਨਹੀਂ ਹੋਇਆ ਤੁਹਾਡੇ, ਉਹ ਮੇਲ ਦੇ ਵਿੱਚ ਚੈੱਕ ਕਰ ਲਓ ਜੀ। ਤੁਹਾਡੇ ਕਈ ਵਾਰੀ ਕੀ ਹੁੰਦਾ ਆ, ਤੁਸੀਂ ਨਹੀਂ ਹੋਗੇ, ਉਹਨੇ ਅੰਦਰ ਫਾਤਾ ਹੋਣਾ ਜੀ। ਸਰ ਮੈਂ ਇੱਕ ਗੱਲ ਕਹਿਣਾ, ਸਾਡੀ 125 200 ਯੂਨਿਟ ਫੁੱਕਦੀ ਆ, ਫੈਕਟਰੀ ਚੱਲਦੀ ਆ। ਅੱਜ ਤਾਂ ਸਾਡੀ ਫੈਕਟਰੀ ਆਲਰੇਡੀ, ਅਸੀਂ ਮਤਲਬ ਕਿ ਕੰਮ ਸਮਝ ਲਓ ਮਾਰਕੀਟ ਡਾਊਨ ਆ, ਤਾਂ ਕੰਮ ਘੱਟ ਚੱਲਦਾ। ਜੇ ਪਿਛਲੇ ਦਿਨਾਂ 'ਚ ਸਾਡੇ 20 ਦਿਨ ਕੰਮ ਚੱਲਦੀ, ਅੱਜ ਅਸੀਂ 7 ਦਿਨ ਕੰਮ ਕਰਦੇ ਆ ਫੈਕਟਰੀ 'ਚ। ਠੀਕ ਆ, ਉਦੋਂ ਸਾਡੀ 125 ਯੂਨਿਟ ਫੁੱਕਦੀ ਆ, 225 ਯੂਨਿਟ। ਜਦ ਅਸੀਂ 15-20 ਦਿਨ ਚਲਾਉਂਦੇ ਆ, ਤਾਂ ਫਿਰ ਐਤਕੀ ਮੀਟਰ ਆਪਰੇਟਰ ਨੇ 300 ਯੂਨਿਟ ਕਿਵੇਂ ਕੰਜ਼ਿਊਮ ਕਰਤੀ? ਸਰ ਇਹਦੇ ਵਿੱਚ ਇੱਕ ਬਿੱਲ ਨਹੀਂ ਹੈਗਾ ਜੀ। ਉਹ ਸਰ ਮੰਨਦਾ, ਕੰਜ਼ੰਪਸ਼ਨ ਤਾਂ ਤੁਹਾਡੇ ਉੱਤੇ ਡਿਪੈਂਡ ਕਰਦੀ ਹੈ ਨਾ, ਤੁਸੀਂ ਕਿੰਨੀ ਚਲਾ ਰਹੇ ਹੋ। ਸਰ ਐਤਕੀ ਵੀ 300 ਉਹਨੇ ਰਾਉਂਡ ਫਿਗਰ ਕੀਤਾ ਹੋਇਆ, ਪਿਛਲੇ 'ਚ ਵੀ ਰਾਉਂਡ ਫਿਗਰ। ਵੈਸੇ ਇੱਕ ਚੀਜ਼ ਹੈ, ਅੱਜ ਤੱਕ ਮਤਲਬ ਅਸੀਂ ਵੀ ਮੀਟਰ ਤਾਂ ਯੂਜ਼ ਕਰ ਹੀ ਰਹੇ ਹਾਂ, ਕਦੀ ਵੀ ਰਾਉਂਡ ਫਿਗਰ 'ਚ 300 ਯੂਨਿਟ ਤਾਂ ਕਿਸੇ ਦੇ ਵੀ ਨਹੀਂ ਆਏ ਅਸੀਂ ਜੋ ਦੇਖਦੇ ਪਏ। ਕਿੱਦਾਂ ਜੀ? ਮੇਰੇ ਇਸ ਮਹੀਨੇ 300, ਅਗਲੇ ਮਹੀਨੇ 300 ਜਾਂ ਪਿਛਲੇ ਮਹੀਨੇ 300। ਤੁਸੀਂ ਆਪਣੀ ਕੰਜ਼ੰਪਸ਼ਨ ਚੈੱਕ ਕਰ ਸਕਦੇ ਹੋ, ਜਿੰਨੀ ਤੁਹਾਡੀ ਕੰਜ਼ਿਊਮ ਹੋਏਗੀ ਉਨਾ ਹੀ ਤੁਹਾਨੂੰ ਬਿੱਲ ਆਏਗਾ। 301 ਵੀ ਹੋ ਸਕਦੀ ਹੈ, 302 ਵੀ, 299 ਵੀ ਹੋ ਸਕਦੀ, ਜ਼ਰੂਰੀ ਥੋੜੀ 300 ਹੀ ਹੋ ਸਕਦੀ। ਨੋਟ ਹੋਏਗੀ ਜੀ ਉਸ ਟਾਈਮ ਤੇ, ਜਦੋਂ ਮੀਟਰ ਰੀਡਰ ਨੇ ਜਿੰਨੀ ਰੀਡਿੰਗ ਉੱਥੇ ਨੋਟ ਕਰ ਲਈ ਜੀ, ਉਨਾ ਹੀ ਤੁਹਾਨੂੰ ਬਿੱਲ ਆ ਜਾਏਗਾ ਜੀ। ਇਹ 'ਚ ਕੋਈ ਦਿੱਕਤ ਹੀ ਨਹੀਂ ਹੈ। ਜਿੰਨੇ ਵੀ ਇੰਡਸਟਰੀਲਿਸਟ ਨੇ ਨਾ, ਇਹਨਾਂ ਨੇ ਇੱਕ ਆਪਣੀ ਡਾਇਰੀ ਵੀ ਲਾਈ ਹੁੰਦੀ ਹੈ, ਉਹ ਨੋਟ ਕਰਦੇ ਨੇ। ਜੇ ਤੁਸੀਂ ਵੀ ਲਾਈ ਹੈ, ਤੁਸੀਂ ਆਪਣੀ ਕ੍ਰੋਸ ਚੈੱਕ ਕਰ ਲਓ ਜੇ ਤੁਹਾਨੂੰ ਡਾਊਟ ਲੱਗਦਾ। ਦੂਜੀ ਗੱਲ, ਜੇ ਤੁਸੀਂ ਇਹਨੂੰ ਚੈਲੰਜ ਕਰਨਾ ਚਾਹੁੰਦੇ ਹੋ, ਤੁਹਾਨੂੰ ਜਿੰਨਾ ਵੀ ਰਿਕਾਰਡ ਹੈ ਉਹਦਾ DDL ਮਿਲ ਜਾਏਗਾ ਜੀ, ਉਹ ਤੁਸੀਂ ਯੂਜ਼ ਕਰ ਸਕਦੇ ਹੋ, ਦੇਖ ਸਕਦੇ ਹੋ। ਹਾਂਜੀ ਸਰ, ਹਾਂ ਉਹ ਤੁਸੀਂ ਕਰ ਲਓ, ਉਹ ਤੁਹਾਨੂੰ ਮਿਲ ਜਾਏਗਾ ਜੀ ਸਾਰਾ ਵਿਦ ਤੁਹਾਨੂੰ
ਕੀ ਕਹਿੰਦੇ ਹੁੰਦੇ ਨੇ ਪ੍ਰੂਫ ਮਿਲ ਜਾਏਗਾ ਜੀ। ਜੇ ਤੁਹਾਨੂੰ ਲੱਗਦਾ ਪਿਆ ਵੀ ਕਿਸੇ ਸਾਡੀ ਹਿਊਮਨ ਐਰਰ ਕਰਕੇ ਤੁਹਾਨੂੰ ਇੱਦਾਂ ਲੱਗ ਰਿਹਾ ਤੁਸੀਂ DDL ਕਢਵਾ ਸਕਦੇ ਹੋ, ਕੋਈ ਇਸ਼ੂ ਨਹੀਂ ਹੈ ਉਹਦੇ 'ਚ। ਸੋ ਤੁਸੀਂ ਹੁਣ ਐਪਲੀਕੇਸ਼ਨ ਲਗਾ ਰਹੇ ਹੋ? ਹਾਂਜੀ ਸਰ, ਮੈਂ ਆਲਰੇਡੀ ਭਰੀ ਹੋਈ ਆ। ਨਹੀਂ, ਨਵੀਂ ਇੱਕ ਐਪਲੀਕੇਸ਼ਨ ਲਗਾ ਰਹੇ ਹੋ? ਜੋ ਉਹ ਜਿਹੜੀ ਐਪਲੀਕੇਸ਼ਨ ਇਹਨਾਂ ਨੇ ਪਹਿਲਾਂ ਦਿੱਤੀ ਹੋਈ ਆ ਉਹਦੇ ਤੇ JE ਨੇ ਆਪਣੀ ਰਿਪੋਰਟ ਦੇ ਚੁੱਕੇ ਨੇ, ਠੀਕ ਹੈ ਜੀ। ਹੁਣ ਇਹ ਨਵੀਂ ਐਪਲੀਕੇਸ਼ਨ ਦੇਣਗੇ, ਉਹਦਾ ਨਾਲ ਦੀ ਨਾਲ ਕੰਮ ਕਰ ਦੇਣਗੇ ਜੀ, ਮੀਟਰ ਚੇਂਜ ਕਰ ਦੇਣਗੇ ਸਰ। ਆ ਮੈਂ ਠੀਕ ਹੈ ਜੀ, ਆਓ ਸੁਣੋ। ਸੋ ਤੁਸੀਂ ਦੇਖਿਆ ਕਿ ਇਹ ਜੋ ਫਾਈਲ ਲੜਕਾ ਲੈ ਕੇ ਆਇਆ ਹੋਇਆ ਵਾ, ਇਹਦਾ ਜਿਹੜਾ ਇਸ਼ੂ ਹੈਗਾ ਮੇਨ ਉਹ ਹੁਣ ਦੇ ਬਿੱਲਾਂ ਦਾ ਹੈਗਾ ਵਾ 300 ਯੂਨਿਟ ਦਾ, ਔਰ ਪਹਿਲੇ ਵਾਲੇ ਪੁਰਾਣੇ ਬਿੱਲ ਜਿਹੜੇ ਹੈਗੇ ਉਹਦੇ 150 200 ਦੇ ਵਿਚਕਾਰ ਉਹਦੇ ਚੱਲ ਰਹੇ ਸੀਗੇ। ਬਟ ਹੁਣ ਉਹਦਾ ਕੀ ਸੋਲੂਸ਼ਨ ਹੋ ਪਾਉਂਦਾ ਵਾ, ਕੀ ਐਪਲੀਕੇਸ਼ਨ ਲੈਂਦੇ ਨੇ ਉਹ ਦੇਖਦੇ ਹਾਂ। ਆਓ ਆਪਾਂ ਐਕਸੀਅਨ ਨਾਲ ਗੱਲ ਕਰਦੇ ਹਾਂ ਵੀ ਉਹਨਾਂ ਦੇ ਉੱਪਰ ਜੋ ਆਰੋਪ ਲੱਗ ਰਹੇ ਨੇ ਲੇਟ ਆਉਣ ਦੇ ਔਰ ਬਿਨਾਂ NOC ਤੋਂ ਮੀਟਰ ਲਗਾਉਣ ਦੇ, ਤੇ ਉਹਨਾਂ ਨਾਲ ਗੱਲ ਕਰਦੇ ਹਾਂ ਕੀ ਕਹਿਣਾ ਹੈਗਾ ਉਹਨਾਂ ਦੇ ਇਹਨਾਂ ਸਵਾਲਾਂ ਦਾ ਜਵਾਬ ਲੈਂਦੇ ਹਾਂ। ਜਨਤਾ ਨਗਰ ਖੜੇ ਆ ਬਿਜਲੀ ਘਰ ਦੇ ਵਿੱਚ। ਹੈਲੋ, ਮੇਰੀ ਗੱਲ ਅਮਨਦੀਪ ਜੀ ਨਾਲ ਹੋ ਰਹੀ ਹੈ? ਹਾਂਜੀ ਅਮਨਦੀਪ ਜੀ ਸਤਿ ਸ਼੍ਰੀ ਅਕਾਲ, ਸੁਸ਼ੀਲ ਮਚਾਨ ਗੱਲ ਕਰ ਰਹੇ ਹਾਂ ਜੀ, ਲੁਧਿਆਣਾ ਲਾਈਵ ਤੋਂ ਸੀਨੀਅਰ ਪੱਤਰਕਾਰ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਅਮਨਦੀਪ ਜੀ ਬਿਜਲੀ ਘਰ ਖੜੇ ਆ ਜੀ, ਤੁਸੀਂ ਆਏ ਨਹੀਂ ਹੈਗੇ ਹਾਲੇ ਤੱਕ ਆਫਿਸ? ਮੈਂ SC ਸਾਹਿਬ ਕੋਲ ਹੀ। SC ਸਾਹਿਬ ਦੇ ਕੋਲ? ਠੀਕ ਹੈ। ਵੈਸੇ ਤੁਹਾਡੀ ਡਿਊਟੀ ਕਿੰਨੇ ਵਜੇ ਦੀ ਹੁੰਦੀ ਹੈ? 9 ਵਜੇ। ਔਰ ਇੱਥੇ ਕੁਝ ਸਮਾਜ ਸੇਵੀ ਖੜੇ ਹੋਏ ਨੇ ਔਰ ਇਹਨਾਂ ਦੇ ਆਰੋਪ ਨੇ ਪਿਛਲੇ 1 ਮਹੀਨੇ ਤੋਂ ਅੱਜ ਤੱਕ ਇਹਨਾਂ ਨੇ ਟਾਈਮ ਤੇ ਡਿਊਟੀ ਨਹੀਂ ਕੀਤੀ, 11 ਵਜੇ ਤੋਂ ਬਾਅਦ ਆਉਂਦੇ ਨੇ। ਕੋਈ ਨਹੀਂ, ਤੁਸੀਂ ਆਪ ਦੇਖ ਲਿਓ, ਕੋਈ ਨਹੀਂ, ਕੱਲ ਨੂੰ ਦੇਖ ਲਿਓ। ਨਹੀਂ ਕੱਲ ਤਾਂ ਚਲੋ ਤੁਸੀਂ ਆ ਜਾਓਗੇ, ਮੈਂ ਉਹ ਨਹੀਂ ਗੱਲ ਕਰ ਰਿਹਾ। ਇਹ ਪਿਛਲੇ 1 ਮਹੀਨੇ ਦਾ ਵੇਰਵਾ ਲਈ ਬੈਠੇ ਨੇ ਔਰ ਪਿਛਲੇ 15 ਦਿਨ ਦੀਆਂ ਰਿਕਾਰਡਿੰਗਾਂ ਲਈ ਬੈਠੇ ਨੇ, ਡੇਲੀ ਦੀਆਂ ਰਿਕਾਰਡਿੰਗਾਂ ਇਹਨਾਂ ਨੇ ਵੀਡੀਓ ਰਿਕਾਰਡਿੰਗ ਕੀਤੀਆਂ ਹੋਈਆਂ ਨੇ। ਇਹ ਆਰੋਪ ਲਗਾ ਰਹੇ ਨੇ ਪਿਛਲੇ 15 ਦਿਨ ਤੋਂ ਤਾਂ ਸਾਡੇ ਸਾਹਮਣੇ ਤਾਂ ਆਏ ਨਹੀਂ ਰਹੇ, ਪਿਛਲੇ 1 ਮਹੀਨੇ ਤੋਂ ਇਹਨਾਂ ਨੇ ਕੰਪਲੇਂਟਸ ਵੀ ਪਾਈਆਂ ਹੋਈਆਂ ਤੁਹਾਡੇ ਅਗੇਂਸਟ। ਅੱਛਾ ਜੀ, ਕੀ ਕਹਿਣਾ ਚਾਹੋਗੇ? ਜੀ ਕੋਈ ਪਰਸਨਲ ਰੰਜਿਸ਼ ਹੋਊਗੀ ਇਹਨਾਂ ਦੀ, ਮੇਰੇ ਹਿਸਾਬ ਨਾਲ ਤਾਂ ਇਦਾਂ ਲੱਗ ਰਿਹਾ ਜੀ। ਠੀਕ ਹੈ ਜੀ, ਪਰਸਨਲ ਰੰਜਿਸ਼ ਹੋ ਸਕਦੀ ਤੁਹਾਡੀ? ਹਾਂ। ਇਹਨਾਂ ਦਾ ਕਹਿਣਾ ਹੈਗਾ ਵਾ ਬਈ ਜਿਹੜੇ ਐਕਸੀਅਨ ਇੱਥੇ ਬੈਠੇ ਨੇ ਸਰਕਾਰੀ ਡਿਊਟੀ ਕਰਨ ਵਾਸਤੇ, ਜਦੋਂ ਲੋਕ ਇਹਨਾਂ ਦੇ ਦਫ਼ਤਰ ਦੇ ਵਿੱਚ ਆਪਣੇ ਕੰਮ ਕਰਵਾਉਣ ਵਾਸਤੇ ਜਾਂਦੇ ਨੇ ਔਰ ਅਕਸਰ ਉਹ ਇਹ ਕਹਿੰਦੇ ਨੇ ਵੀ ਐਕਸੀਅਨ ਸਾਹਿਬ ਨਹੀਂ ਬੈਠੇ ਹੋਏ, ਔਰ ਇਹ ਸਮਾਜ ਸੇਵੀ ਹੋਣ ਦੇ ਨਾਂ ਤੇ ਅਗਰ ਇਹ ਸਵਾਲ ਚੱਕ ਰਹੇ ਨੇ ਤੇ ਕੋਈ ਪਰਸਨਲ ਰੰਜਿਸ਼ ਤੁਸੀਂ ਜਾਣਦੇ ਹੋ ਕੌਣ ਨੇ? ਮੈਂ ਤਾਂ ਤੁਹਾਨੂੰ ਕਹਿ ਰਿਹਾ, ਮੈਂ ਤਾਂ ਲਾਸਟ ਟਾਈਮ ਤੁਸੀਂ ਵੀ ਮਿਲੇ ਸੀ ਮੈਨੂੰ, ਮੈਂ ਤੁਹਾਨੂੰ ਕਿਹਾ ਸੀ ਬੰਦੇ ਲੈ ਕੇ ਆਓ ਜਿੱਦਾਂ ਕੰਮ। ਬੰਦੇ ਖੜੇ ਆ ਸਰ ਸਾਹਮਣੇ, ਬੰਦੇ ਸਾਹਮਣੇ ਖੜੇ ਆ। ਹਾਂ ਦੱਸੋ ਕੰਮ, ਦੱਸੋ ਕੀ ਹੈ। 2 ਮਹੀਨੇ ਤੋਂ ਬੰਦੇ ਅੰਦਰ ਚੱਕਰ ਲਗਾ ਰਹੇ ਨੇ, ਤੁਹਾਡੇ ਅਫਸਰਾਂ ਨੂੰ ਵੀ ਆ ਕੇ ਮਿਲੇ ਨੇ। ਕੰਮ ਪੁੱਛ ਰਿਹਾ ਮੈਂ ਤਾਂ, ਕੰਮ ਪੁੱਛ ਰਿਹਾ, ਕੰਮ ਪੁੱਛ ਲਓ ਇਹਨਾਂ ਨੂੰ ਕਿਸ ਟਾਈਪ ਦਾ ਕੰਮ ਆ, ਕਿਹੜਾ ਕੰਮ ਆ। ਕੰਮ ਸਰ ਜਿਹੜੇ ਚੈੱਕ 2 ਮਹੀਨੇ ਤੋਂ ਲਗਾਉਣ ਨੂੰ ਘੁੰਮਦੇ ਪਏ ਨੇ ਉਹਨਾਂ ਦਾ ਚੈੱਕ ਵੀ ਨਹੀਂ ਲੱਗਦਾ ਪਿਆ। ਬੰਦੇ 2 ਇੱਥੇ ਆਏ ਖੜੇ ਨੇ ਕੰਪਲੀਟਾਂ ਲੈ ਕੇ, ਇੱਕ ਤੀਜਾ ਬੰਦਾ ਇੱਕ ਹੋਰ ਆ ਗਿਆ ਫਾਈਲ ਲੈ ਕੇ। ਇੱਥੇ ਸਾਹਮਣੇ ਖੜੇ ਨੇ ਬੰਦੇ ਜਿਹੜੇ ਇਹ ਕਹਿ ਰਹੇ ਨੇ ਬਈ ਇੱਥੇ ਸਾਡੇ ਕੰਮ ਨਹੀਂ ਹੁੰਦੇ ਪਏ। ਕੰਮ ਪੁੱਛੋ ਨਾ ਕਿਸ ਲੈਵਲ ਦਾ ਕੰਮ ਆ, ਕਿਸੇ SDO ਵਾਲਾ ਲੈਵਲ ਦਾ ਕੰਮ ਹੈ, SDO ਕਮਰਸ਼ੀਅਲ ਲੈਵਲ ਦਾ ਕੰਮ ਆ, RA ਲੈਵਲ ਦਾ ਕੰਮ ਆ, ਸਾਰੇ ਕੰਮ ਐਕਸ਼ਨ ਨੇ ਥੋੜਾ ਕਰਨੇ ਨੇ। SDO ਲੈਵਲ ਦਾ ਕੰਮ ਹੈ ਸਰ, ਜੇ ਅਗਰ ਨਹੀਂ ਹੋਊਗਾ ਤੇ ਉਹ ਐਕਸੀਅਨ ਕੋਲ ਹੀ ਜਾਣਗੇ ਨਾ ਸਰ। ਹਾਂ ਕੋਈ ਨਹੀਂ, ਦੱਸੋ ਕਿਸ SDO ਨੇ ਨਹੀਂ ਕੀਤਾ ਕੰਮ, ਕਿਸ SDO ਨੇ ਨਹੀਂ ਕੀਤਾ। ਮਨਪ੍ਰੀਤ। ਅੱਛਾ, ਮਨਪ੍ਰੀਤ SDO ਨਹੀਂ ਕਰ ਰਿਹਾ ਕੰਮ। ਕੀ ਕੰਮ ਕੀ ਹੈ? ਕੰਮ ਸਰ ਕੋਈ ਹੈਗਾ ਬਿੱਲ ਦੇ ਰਿਗਾਰਡਿੰਗ ਇਸ਼ੂ ਹੈਗਾ ਵਾ ਜਿਹੜਾ ਕਿ ਜ਼ਿਆਦਾ ਲੱਗ ਕੇ ਆ ਰਿਹਾ ਹੈਗਾ ਵਾ। ਅੱਛਾ। ਤੇ ਬੰਦਾ ਫਾਈਲ ਲੈ ਕੇ ਖੜਾ ਹੋਇਆ ਔਰ ਮਨਪ੍ਰੀਤ ਜੀ ਕੋਲ ਖੜਾਇਆ ਹੋਇਆ ਔਨ ਕੈਮਰਾ, ਉਹਨਾਂ ਦੀ ਅਸੀਂ ਗੱਲ ਵੀ ਸੁਣੀ ਹੈ। ਔਰ ਮਕਸਦ ਹੁਣ ਇਹ ਹੈਗਾ ਵਾ ਕਿ ਤੁਸੀਂ ਡਿਊਟੀ ਅਗਰ ਟਾਈਮ ਸਿਰ ਆਉਂਦੇ ਹੋ ਤੇ ਇਹ ਲੋਕ ਤੁਹਾਨੂੰ ਕੰਪਲੇਂਟਾਂ ਕਿਉਂ ਕਰਨਗੇ ਤੁਹਾਡੇ ਅਗੇਂਸਟ? ਅਗਰ ਤੁਸੀਂ ਟਾਈਮ ਸਿਰ ਡਿਊਟੀ ਆਉਂਦੇ ਹੋ ਤੇ ਇਹ ਤੁਹਾਡੇ ਅਗੇਂਸਟ ਕੰਪਲੇਂਟ ਕਿਉਂ ਕਰਨਗੇ? ਅਗਰ ਕਿਸੇ ਦਾ ਕੰਮ ਰੁਕਿਆ ਹੋਊਗਾ ਕੰਪਲੇਂਟ ਤਾਂ ਉਹੀ ਕਰੂਗਾ ਨਾ। ਕੰਮ ਮੈਨਾਂ ਅਸਤਾ ਕਿਸੇ ਦਾ ਕੰਮ ਰੋਕਿਆ ਨਹੀਂ ਜਨਾਬ। ਚਲੋ ਆਪਾਂ ਦੂਜੀ ਗੱਲ ਕਰਦੇ ਹਾਂ। ਇੱਕ ਅਕਾਊਂਟ ਨੰਬਰ ਲੈ ਕੇ ਖੜੇ ਹੋਏ ਨੇ ਲੋਹਾਰੇ ਦੇ ਵਿੱਚ, ਨਾਲ ਢਿੱਲੋਂ ਨਗਰ, ਢਿੱਲੋਂ ਕਲੋਨੀ ਦੇ ਵਿੱਚ ਇੱਕ ਬਿਨਾਂ NOC ਤੋਂ ਆਪ ਜੀ ਵੱਲੋਂ ਮੀਟਰ ਲਗਾਇਆ ਗਿਆ 3008100465। ਇਹ ਅਕਾਊਂਟ ਨੰਬਰ ਹੈ ਜੀ। ਨਹੀਂ ਮੇਰੇ ਵੱਲੋਂ ਐਕਸ਼ਨ ਮੀਟਰ ਲਗਾਉਂਦਾ ਤੁਹਾਨੂੰ? ਵੈਸੇ ਮੈਨੂੰ ਤਾਂ ਨੌਲੇਜ ਹੀ ਹੈ ਨਹੀਂ, ਮੀਟਰ ਕੌਣ ਲਗਾਉਂਦਾ ਵਾ? ਏਰੀਏ ਦੀ ਸਰ, ਏਰੀਏ ਦਾ ਮਾਲਕ ਕੌਣ ਹੈ? ਬਿਜਲੀ ਮਹਿਕਮੇ ਦਾ। ਹਾਂ, ਜੇ ਮੀਟਰ NOC ਤੋਂ ਬਗੈਰ ਲਗਾਉਂਦਾ ਉਹ ਜੇ ਰਿਸਪੌਂਸਿਬਲ ਆ, ਲਿਖ ਕੇ ਦਿਓ ਇਹਨਾਂ ਨੂੰ ਕੰਪਲੇਂਟ ਜੇ ਦੇ ਅਗੇਂਸਟ ਜਿਹਨੇ ਲਾਇਆ। ਐਡਰੈਸ ਦਿਓ ਮੈਨੂੰ। ਅੱਛਾ, ਕਿਹਨੂੰ ਲਿਖ ਕੇ ਦੇਣਗੇ ਸਰ? ਹਾਂ ਮੈਨੂੰ ਲਿਖ ਕੇ ਦਿਓ। ਤੇ ਤੁਸੀਂ ਮਿਲਦੇ ਤਾਂ ਹੈ ਨਹੀਂਗੇ? SDO ਜਿਹੜੇ ਨੇ ਉਹ ਕਹਿ ਰਹੇ ਤੁਸੀਂ ਮਿਲਦੇ ਨਹੀਂ ਹੋ। ਅਸੀਂ ਤਾਂ ਕੰਪਲੇਂਟ ਦੇਣ ਨੂੰ ਫਿਰਦੇ ਆ।
ਆ ਦੋ ਕੰਪਲੇਂਟ ਕੋਈ ਨਹੀਂ, ਮੈਂ ਆ ਜਾਣਾ, ਕੰਪਲੇਂਟ ਦੇ ਦਿਓ ਅੱਜ। ਮੈਂ ਲਿਖਤੀ ਕੰਪਲੇਂਟ ਦੇ ਜੰਨਾ, ਕਦੋਂ ਤੱਕ ਆਣਾ ਟਾਈਮ ਲੈ ਲਓ। ਟਾਈਮ ਦੇ ਦਿਓ ਜੀ, ਕਦੋਂ ਤੱਕ ਆਣਾ ਤੁਸੀਂ? ਆ ਜਾਣਾ ਕੋਈ ਨਹੀਂ, ਮੈਂ ਅੱਧੇ ਘੰਟੇ ਤੱਕ, ਸ਼ਾਇਦ ਅੱਧੇ ਘੰਟੇ ਤੱਕ। ਹਾਂ, ਇੱਕ ਐਸੀ ਸਾਹਿਬ ਦਾ ਵਰਸ਼ਨ ਲੈ ਲਓ। ਥੋੜਾ ਜਿਹਾ ਸਪਸ਼ਟੀਕਰਨ ਆਪਾਂ ਐਸਸੀ ਸਾਹਿਬ ਦਾ ਵੀ ਲਵਾਂਗੇ, ਜੋ SR ਵਸ਼ਿਸ਼ਟ ਜੀ ਹੈਗੇ ਨੇ, ਵੀ ਪਿਛਲੇ 1 ਮਹੀਨੇ ਤੋਂ ਇਹੋ ਜਿਹੀ ਕਿਹੜੀਆਂ ਮੀਟਿੰਗ ਨੇ ਜੋ ਐਕਸੀਅਨ ਸਾਹਿਬ ਆਪਣਾ ਪੂਰਾ ਮਹਿਕਮਾ ਛੱਡ ਕੇ ਤੇ ਤੁਹਾਡੇ ਦਫ਼ਤਰ ਦੇ ਵਿੱਚ ਡੇਲੀ ਆ ਰਹੇ ਨੇ। ਆਪਾਂ ਉਹਨਾਂ ਦਾ ਵੀ ਗੱਲ ਕਰਦੇ ਹਾਂ, ਸਪਸ਼ਟੀਕਰਨ ਲੈਂਦੇ ਹਾਂ। कृपा करके इंतजार करो या थोड़ी देर बाद दोबारा कोशिश बिजी जा रहा है कॉल। आपने जिस व्यक्ति को कॉल। हेलो हेलो हेलो, हाँ जी जी। मेरी गल SR वशिष्ठ जी ना हो रही है जी? हाँ जी, बोल रहे हैं जी। सर नमस्कार, सुशील मचान गल कर रहे हैं सर, लुधियाना लाइव तो सीनियर पत्रकार। हाँ जी मचान जी। सर एक अमनदीप जी तुहाडे कोल बैठे होणगे मीटिंग दे विच? हाँ हाँ, मेरे कोल मेरे सामने बैठे हैं। की ये पिछले 1 महीने तो तुहाडे कोल डेली मीटिंग दे विच आ रहे सर? डेली तो नहीं जी हैगी मीटिंग का, कोई हफ्ते चलो 2 बार तो हो ही जाती, डेली तो नहीं है। पिछले 1 महीने तो सर लोग इत्थे खड़े ने इकट्ठे होके, पिछले 1 महीने तो ये लोग डेली आ रहे ने, पिछले 10-15 दिन की वीडियोज़ लैके खड़े हुए ने भी। वो कहते जी डेली 11 बजे तो बाद ही आते हैं एक्सीਅਨ साहब, और ਜਿਹੜੀਆਂ ਕੰਪਲੇਂਟਾਂ ਨੇ, ਜਿਹੜੀਆਂ ਜਈ ਦੇ ਖਿਲਾਫ ਜਾਂ SDO ਦੇ ਖਿਲਾਫ ਕੰਪਲੇਂਟਾਂ ਨੇ, ਉਹ ਤਾਂ ਐਕਸੀਅਨ ਸਾਹਿਬ ਨੂੰ ਹੀ ਦੇ ਸਕਦੇ ਆ, ਬਟ ਉਹ ਇੱਥੇ ਹੈ ਨਹੀਂ ਗਏ, ਬਿਨਾਂ NOC ਤੋਂ ਮੀਟਰ ਲੱਗਦੇ ਪਏ ਨੇ, ਔਰ ਇਹੋ ਜਿਹੇ ਕੁਝ ਦੋਸ਼ ਲੈ ਕੇ ਲੋਕ ਖੜੇ ਹੋਏ ਨੇ, ਬੜੇ ਪਰੇਸ਼ਾਨ ਨੇ ਲੋਕ ਸਰ। कोई गल नहीं, मेरी 10-15 मिनट च मीटिंग फ्री हो जाती, मीटिंग खत्म हो जानी है, आ जाती है, आके सुन लेंगे। उन्होंने फोन ते गल कीती ना, एक्सीਅਨ साहब दा फोन नंबर तो होगा ही। सर गल हुई है, उन्होंने कि अद्धे घंटे दे आ रहे हैं, बट इन्हों के खिलाफ कंप्लेंटा भी गई हुई ने भी टाइम ते ड्यूटी नहीं कर रहे पिछले 1 महीने तो, और तुसी कह रहे हो कि भी हफ्ते च 1-2 मीटिंग होंदियां ने। ਮੈਨੂੰ ਕੋਈ ਸ਼ਿਕਾਇਤ ਨਹੀਂ ਆਈ, ਵਿਚਾਰੇ ਇਹ ਤਾਂ ਜਿਹੜੇ ਹੈਗੇ ਆ ਰਾਤ ਨੂੰ ਸਾਨੂੰ ਕੰਪਲੇਂਟਾਂ ਆਉਂਦੀਆਂ, ਹੋਰ ਆਉਂਦੀਆਂ, ਅੱਧੀ ਰਾਤ ਨੂੰ ਵੀ ਜਿਹੜੀ ਹੈ ਕਈ ਵਾਰੀ ਫੋਨ ਕਰੀਦਾ ਜਾਂ ਕਿਤੇ ਭੇਜੀ ਦੇ ਮੈਸੇਜ, ਕਿਤੇ ਕੰਪਲੇਂਟ ਹੁੰਦੀ ਹੈ ਤਾਂ ਕਦੀ 12-1 ਵਜੇ, ਕਦੀ 1 ਵਜੇ, ਸਵੇਰੇ 5 ਵਜੇ ਤਾਂ ਨਾਲ ਦੇ ਨਾਲ ਰਿਸਪੌਂਸ ਕਰਦੇ। ਪਤਾ ਨਹੀਂ ਹੁਣ ਕਿਹੜੇ ਬੰਦੇ ਆ ਸਰ ਜਿਹੜੇ ਬਿਨਾਂ NOC ਤੋਂ, ਸਰ ਜਿਹੜੇ ਬਿਨਾਂ NOC ਤੋਂ ਮੀਟਰ ਲੱਗ ਰਹੇ ਨੇ, ਉਹਦਾ ਕੀ? ਉਹਦਾ ਕੋਈ ਨਹੀਂ, ਉਹਦਾ ਹੁਣ ਭਾਈ ਸਾਹਿਬ ਤੁਹਾਡੇ ਕੋਲ ਖੜੇ ਆ, ਮੈਨੂੰ ਤਾਂ ਨਹੀਂ ਨਾ ਪਤਾ ਬਿਨਾਂ NOC ਵਾਲੇ, ਤੁਸੀਂ ਇਹਨਾਂ ਕੋਲ ਐਕਸੀਅਨ ਸਾਹਿਬ ਹੁਣੀ ਆ ਜਾਂਦੇ 15 ਮਿੰਟ 'ਚ। ਬਿਲਕੁਲ। ਤੇ ਆ ਕੇ ਜਿਹੜੇ ਵੀ ਕੰਜ਼ਿਊਮਰ ਹੈਗੇ, ਗ੍ਰਿਵੈਂਸਸ ਹੈਗੀ ਆ ਜਿਹੜੀ ਉਹਨਾਂ ਦੀ, ਤੇ ਆ ਕੇ ਦੱਸ ਦੇਣ ਜਿਹੜੀ ਹੈਗੀ, ਕੋਈ ਫੋਟੋ ਫਾਟੋ ਖਿੱਚ ਕੇ ਜਾਂ ਇਹਨਾਂ ਕੋਲ ਕੋਈ ਸਬੂਤ ਹੋਊਗਾ ਤਾਂ ਦੱਸ ਦੇਣ, ਉੱਥੇ ਮੌਕਾ ਚੈੱਕ ਕਰਾ ਕੇ, ਜੇ ਕੋਈ ਸਾਡੇ ਬੰਦਿਆਂ ਨੇ, ਅਸੀਂ ਤਾਂ ਸਾਡੇ ਸਾਰੇ ਲੁਧਿਆਣੇ 'ਚ ਬੰਦ ਕੀਤੇ ਹੋਏ, ਤਰਾਹੀ ਮੱਜੀ ਹੋਈ ਹੈ, ਜੇ ਇਹਨਾਂ ਦੇ ਕਿਸੇ ਬੰਦੇ ਨੇ ਲਾਏ ਆ ਤਾਂ ਜ਼ਰੂਰ ਐਕਸ਼ਨ ਲਵਾਂਗੇ जी बिल्कुल। कोई भी इंडिविजुअल कानून तो ऊपर थोड़ी है बनाया होया। जी बिल्कुल, जी बिल्कुल। चाहे कोई एक्सीਅਨ होवे, चाहे SC होवे, चाहे SD होवे, चाहे चीफ होवे जी। ਜਿਹੜੀ ਹੈਗੀ ਇਸ ਗੱਲ ਦਾ ਜਿਹੜੀ ਹੈਗੀ ਪਾਲਿਸੀ ਬਿਲਕੁਲ ਕਲੀਅਰ ਹੈ, ਨਾ ਅਸੀਂ ਕਦੀ ਕਿਹਾ ਨਾ ਜੀ 50% ਮੈਨੂੰ ਵੀ 70% ਮੈਂ ਵੀ ਸ਼ੋਰ ਹਾਂ ਵੀ ਇਹਨਾਂ ਨੇ ਵੀ ਅੱਗੇ ਨਹੀਂ ਕਿਹਾ ਹੋਇਆ ਕਦੀ। ਕਿਉਂ ਜੀ ਅਮਰਦੀਪ ਜੀ? ਕਿਉਂਕਿ ਬਾਜ਼ਾਰ ਦੀ ਗੱਲ ਇਹ ਹੈ, ਕਿਸੇ ਨੇ NOC ਦੇ ਵਿੱਚ ਮੀਟਰ ਲਾ ਕੇ ਉਹਦਾ ਆਪਣੀ ਨੌਕਰੀ ਤੇ ਲੱਤ ਮਾਰਨ ਵਾਲੀ ਗੱਲ ਹੈ ਜੀ। ਬਿਲਕੁਲ ਇਹ ਤਾਂ ਗੱਲ ਹੈਗੀ ਹੈ, ਬਟ ਇਹ ਅਕਾਊਂਟ ਨੰਬਰ ਵੀ ਲੈ ਕੇ ਖੜੇ ਹੋਏ ਨੇ, ਸਾਰੀ ਡਿਟੇਲ ਲੈ ਕੇ ਖੜੇ ਨੇ। ਜਿਹੜੀ ਆਪਣੇ ਪਰਮਿਸ਼ਨ ਗਲਾਡਾ ਨਹੀਂ ਦੇ ਸਕਦਾ, ਪੰਜਾਬ ਸਰਕਾਰ ਹਾਲੇ ਚਲੋ ਅੰਡਰ ਪ੍ਰੋਸੈਸ ਹੈ, ਉਹ ਨਹੀਂ ਦੇ ਰਹੀ, ਤਾਂ ਜੇ ਆਪਣੇ ਲੈਵਲ ਤੇ ਸਾਡਾ ਕੋਈ ਬੰਦਾ ਆਪਣੀ ਪਰਮਿਸ਼ਨ ਦੇ ਕੇ ਕਿਸੇ ਲਾਲਚ ਪਿੱਛੇ ਜਾਂ ਜੇ ਕੋਈ ਇਹੋ ਜਿਹੀ ਗੱਲ ਹੈਗੀ ਹੈ ਤਾਂ ਆ ਕੇ ਸੁਣਦੇ ਆ। ਕੱਲ ਵੈਸੇ ਮੇਰੇ ਕੋਲ ਇੱਕ ਕੰਪਲੇਂਟ ਵੀ ਆਈ ਸੀ, ਮੈਂ ਮਾਰਕ ਕੀਤੀ ਹੈਗੀ ਹੈ, ਸਾਡੇ ਜਿਹੜੇ ਨਾਲ ਇਹਨਾਂ ਨੂੰ ਨਹੀਂ ਮਾਰ ਕੀਤੀ, ਮੇਰੇ ਨਾਲ ਐਕਸੀਅਨ ਅਟੈਚ ਹੈ ਉਹਨਾਂ ਨੂੰ ਮਾਰ ਕੀਤੀ ਹੈ, ਵੀ ਹੋਰ ਕੋਈ ਐਕਸੀਅਨ ਨੂੰ ਕੀਤੀ ਹੈ ਵੀ ਤਾਂ ਜੋ ਕੋਈ ਫੇਵਰ ਨਾ ਹੋਵੇ ਜੀ। ਇਹੋ ਜਿਹੀ ਮੇਰੇ ਕੋਲ ਕੰਪਲੇਂਟ ਕੱਲ ਆਈ ਵੀ ਹੈਗੀ ਹੈ ਜੀ। ਜੀ ਬਿਲਕੁਲ, ਮੈਂ ਵੀ ਇਹੀ ਚਾਹਾਂਗਾ ਨਿਰਪੱਖ ਜਾਂਚ ਕਰਵਾ ਕੇ ਤੇ ਇਹਨੂੰ ਦੇਖਿਆ ਜਾਵੇ। ਸਾਨੂੰ ਜਿਹੜਾ ਕੱਲ ਦਾ ਆਪ ਵੱਟ ਚੜਿਆ ਹੋਇਆ, ਚਲੋ ਦੀਵਾਲੀ ਕਰਕੇ ਸਾਰੇ ਬਿਜ਼ੀ ਬੁਜ਼ੀ, ਦੀਵਾਲੀ ਤੋਂ ਬਾਅਦ ਜਿਹੜੀ ਹੈਗੇ ਲਿਸਟਾਂ ਲੁਸਟਾਂ ਇਹਨਾਂ ਕੋਲੋਂ ਮੰਗ ਲਈਆਂ ਸੀ ਜੀ। ਦੀਵਾਲੀ ਤੋਂ ਬਾਅਦ ਜਿਹੜੀ ਹੈਗੀ 2-4-5 ਦਿਨ ਲਗਾ ਕੇ ਇੱਥੇ ਜਾ ਕੇ ਨਾ ਦਫ਼ਤਰ ਦੇਖ ਕੇ, ਮੌਕਾ ਦੇਖ ਕੇ ਜਿਹੜੇ ਐਕਟਿਵ ਜਿਹਨਾਂ ਨੂੰ ਇਨਕੁਆਇਰੀ ਸੌਂਪੀ ਹੈ ਜ਼ਰੂਰ ਉਹ ਕਰਨਗੇ ਮਸਲੇ ਦਾ ਹੱਲ ਜੀ। ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ। ਸੋ ਤੁਸੀਂ ਦੇਖਿਆ ਕਿ ਗੱਲ ਕਰ ਰਹੇ ਸੀ ਅਸੀਂ SR ਵਸ਼ਿਸ਼ਟ ਜੀ ਨਾਲ, ਜਿਨ੍ਹਾਂ ਨੇ ਇਹ ਕਿਹਾ ਅਗਰ ਸਾਡੇ ਕਿਸੇ ਅਧਿਕਾਰੀ ਨੇ ਚਾਹੇ ਜੇਈ ਨੇ ਇਹ परमिशन दी है लगान दी है, लगाया है बिना NOC तो उहदे ते सख्त तो सख्त एक्शन लिता जाऊगा। मगर हुण गल करनी होगी ये जिहड़ा एरिया हैगा वा ये किहड़ा जेई देख रहा वा?
ਇਹ ਅਲੱਗ-ਅਲੱਗ ਜਿਵੇਂ ਸ਼ਿਮਲਾਪੁਰੀ ਦੇਖਦਾ ਰੀਤੂ ਰਾਜ, ਹੁਣ ਜਿੱਥੇ ਮੈਂ NOC ਦੀ ਬਿਨਾ ਮੀਟਰ ਲੱਗੇ ਦੀ ਗੱਲ ਕਰਦਾ ਉਹ ਘਨਸ਼ਾਮ ਦੇਖਦਾ, ਇਹ ਅਲੱਗ-ਅਲੱਗ ਏਰੀਆ। ਸ਼ਿਮਲਾਪੁਰੀ ਦਾ ਉਰਲਾ ਪਾਸਾ ਕੁਆਲਿਟੀ ਚੌਂਕ ਤੋਂ ਹੋਰ ਦੇਖਦਾ। ਮੇਨ ਗੱਲ ਇਹ ਆ, ਐਕਸ਼ਨ ਸਾਹਿਬ ਤਾਂ ਕਹਿ ਦਿੰਦੇ ਮੈਂ ਅੱਧੇ ਘੰਟੇ 'ਚ ਆ ਜਾਂਦਾ। ਇਹ ਬੰਦਾ 2 ਮਹੀਨੇ ਤੋਂ ਧੱਕੇ ਖਾ ਰਿਹਾ, ਮੇਰੇ ਨਾਲ ਤਾਂ ਨਹੀਂ ਆਇਆ ਬਾਈ ਨਾ ਵੀਰੇ। ਮੈਂ 2 ਮਹੀਨੇ ਤੋਂ ਧੱਕੇ ਖਾ ਰਿਹਾ, ਸਿਰਫ ਇੱਕ ਦਾ ਮੀਟਰ ਜੰਪ ਕਰ ਗਿਆ। ਉਹ ਐਪਲੀਕੇਸ਼ਨ ਕਿਹਦੇ ਵੱਲੋਂ ਮਾਰਕ ਹੋਣੀ ਹੈ? ਐਕਸ਼ਨ ਸਾਹਿਬ ਵੱਲੋਂ SDO ਨੂੰ ਮਾਰਕ ਹੋਊਗੀ। SDO ਤਾਂ ਕੰਮ ਕਰ ਸਕਦਾ, ਜਦੋਂ ਐਕਸ਼ਨ ਸਾਹਿਬ ਨੇ ਬਹਿਣਾ ਹੀ ਨਹੀਂ। ਤੇ SC ਸਾਹਿਬ ਨੇ ਕੀ ਕਿਹਾ ਵੀ 2 ਦਿਨ ਮੀਟਿੰਗ ਹੁੰਦੀ ਆ, ਤੇ 1 ਮਹੀਨੇ ਤੋਂ ਲਗਾਤਾਰ ਐਕਸ਼ਨ ਸਾਹਿਬ ਨਹੀਂ ਆ ਰਹੇ। ਤਾਂ ਹੋਰ ਪੱਤਰਕਾਰਾਂ ਨੇ ਵੀ ਪਹਿਲਾਂ ਕਵਰ ਕੀਤਾ, ਇਹ ਕਦੇ ਟਾਈਮ ਤੇ ਨਹੀਂ ਆਏ। ਤੇ ਜਦੋਂ ਪੁੱਛਿਆ ਜਾਂਦਾ ਤੁਸੀਂ ਆ ਬਾਈਟ ਲੈ ਲਓ ਬਾਹਰ ਜਿਹੜੀ ਲੇਡੀਜ਼ ਬੈਠੀਆਂ, ਕਦੇ 11-12 ਵਜੇ ਤੋਂ ਪਹਿਲਾਂ ਨਹੀਂ ਆਉਂਦੇ। ਇਹ ਸਿਰਫ ਆਪਣੇ ਰੁਝੇਵਿਆਂ 'ਚ ਬਿਜ਼ੀ ਹੈ। ਤੇ ਜਦੋਂ ਪੁੱਛ ਲਓ ਜੀ SC ਸਾਹਿਬ ਦੀ ਮੀਟਿੰਗ ਆ, 30 ਦੇ 30 ਦਿਨ SC ਸਾਹਿਬ ਦੀ ਬਟ SC ਸਾਹਿਬ ਨੇ ਤਾਂ ਕਲੀਅਰ ਕਰਤਾ ਮੇਰੀ ਮੀਟਿੰਗ ਵੱਧ ਤੋਂ ਵੱਧ ਹਫ਼ਤੇ 'ਚ 1 ਜਾਂ 2 ਵਾਰੀ ਹੁੰਦੀ ਹੈ। SC ਮੈਂ ਉਹੀ ਕਹਿ ਰਿਹਾ, SC ਸਾਹਿਬ ਨੇ ਕਲੀਅਰ ਕਰਤਾ, ਮਤਲਬ ਮਹੀਨੇ 'ਚ 6 ਮੀਟਿੰਗਾਂ ਜਾਂ 8 ਮੀਟਿੰਗਾਂ, ਤੇ ਮਹੀਨੇ 'ਚ ਐਤਵਾਰ ਕੱਢ ਕੇ ਦਿਨ ਕਿੰਨੇ ਰਹਿ ਗਏ? 26। ਤੇ ਬਾਕੀ 18 ਦਿਨ ਐਕਸ਼ਨ ਸਾਹਿਬ ਕਿੱਥੇ ਹੁੰਦੇ ਆ? ਕਿਉਂ ਨਹੀਂ ਟਾਈਮ ਤੇ ਆਉਂਦੇ? ਮੇਰਾ ਮੇਨ ਸਿੱਧਾ ਫੰਡਾ ਆ, ਸਾਡਾ ਕੋਈ ਕਿਸੇ ਨਾਲ ਲੈਣ ਦੇਣ ਨਹੀਂ। ਸਰਕਾਰ ਨੇ ਕਿਹਾ ਸੀ ਘਰ ਜਾ ਜਾ ਕੇ ਅਫਸਰ ਕੰਮ ਕਰਨਗੇ, ਪਰ ਇਹ ਅਫਸਰ ਕੰਮ ਨਹੀਂ ਕਰਦੇ। ਅਫਸਰਸ਼ਾਹੀ ਤੇ ਨਕੇਲ ਪਾਣੀ ਬਹੁਤ ਜ਼ਰੂਰੀ ਆ, ਤੇ ਪਾਣੀ ਪੈਣੀ ਆ। ਤੁਹਾਡੀ ਕੋਈ ਪਰਸਨਲ ਰੰਜਿਸ਼ ਤਾਂ ਨਹੀਂ ਹੈਗੀ? ਮੇਰੀ ਪਰਸਨਲ ਰੰਜਿਸ਼, ਮੈਂ ਕਦੇ ਮਿਲਿਆ ਹੀ ਨਹੀਂ ਐਕਸ਼ਨ ਸਾਹਿਬ ਨੂੰ। ਮੇਰੀ ਕੋਈ ਪਰਸਨਲ ਰੰਜਿਸ਼ ਕੋਈ ਕਿਸੇ ਨਾਲ ਨਹੀਂ ਹੈਗੀ, ਕਿਉਂਕਿ ਉਹ ਕਹਿ ਰਹੇ ਕੋਈ ਪਰਸਨਲ ਰੰਜਿਸ਼ ਹੋ ਸਕਦੀ। ਉਹਨਾਂ ਦੇ ਕਹਿਣ ਨੂੰ ਕੀ ਹੈ? ਮੈਂ ਅੱਜ ਤੱਕ ਉਹਨਾਂ ਨੂੰ ਮਿਲਿਆ ਹੋਵਾਂ ਜਾਂ ਉਹਨਾਂ ਨੂੰ ਫੋਨ ਕੀਤਾ ਹੋਵਾਂ, ਜੇ ਮੈਂ ਤੁਹਾਨੂੰ ਕਦੇ ਮਿਲਿਆ ਹੋਵਾਂ ਤਾਂ ਪਰਸਨਲ ਰੰਜਿਸ਼ ਤਾਂ ਹੋਵੇ। ਉਹਨਾਂ ਨੂੰ ਤੁਸੀਂ ਐਕਸ਼ਨ ਸਾਹਿਬ ਨੂੰ ਪੁੱਛ ਲਓ ਜੇ ਮੈਂ ਕਦੇ ਮਿਲਿਆ, ਜੇ ਮਿਲਿਆ ਹੋਵਾਂ ਜਾਂ ਉਹਨਾਂ ਦੇ ਮੇਰਾ ਕੋਈ ਕਾਲ ਰਿਕਾਰਡ ਉਹਨਾਂ ਨਾਲ ਹੋਵੇ, ਫਿਰ ਤਾਂ ਰੰਜਿਸ਼ ਹੋ ਸਕਦੀ ਹੈ। ਜਿਹਨੂੰ ਆਪਾਂ ਮਿਲੇ ਹੀ ਨਹੀਂ, ਉਹਨਾਂ ਕੀ ਰੰਜਿਸ਼ ਹੋ ਸਕਦੀ ਹੈ? ਸੋ ਗੱਲਾਂ ਬਥੇਰੀਆਂ ਨੇ ਕਰਨ ਵਾਲੀਆਂ, ਮਗਰ ਦੇਖਣਾ ਇਹ ਹੋਊਗਾ ਹੁਣ ਐਕਸ਼ਨ ਸਾਹਿਬ ਅੱਧੇ ਘੰਟੇ ਦੇ ਵਿੱਚ ਆ ਰਹੇ ਨੇ। ਪਿਛਲੇ 1 ਘੰਟੇ ਤੋਂ ਇੱਕ ਭਾਈ ਸਾਹਿਬ ਖੜੇ ਹੋਏ ਨੇ ਜੋ ਕਿ SDO ਔਰ ਐਕਸ਼ਨ ਸਾਹਿਬ ਨੂੰ ਮਿਲਣ ਵਾਸਤੇ ਆਏ ਨੇ। ਦੇਖਦੇ ਆ ਪੂਰਾ ਮੈਟਰ ਕੀ ਹੈਗਾ ਵਾ। ਹਾਂਜੀ ਸਰ, ਇਹ ਕੀ ਮੈਟਰ ਕੀ? ਮੈਟਰ ਇਹ ATC ਟੈਲੀਕਾਮ ਟਾਵਰ ਕਾਰਪੋਰੇਸ਼ਨ ਪ੍ਰਾਈਵੇਟ ਲਿਮਟਿਡ 'ਚ ਐਜ਼ ਏ ਵਰਕਰ ਨੇ, ਕੰਮ ਕਰਦੇ ਨੇ। ਇਹਨਾਂ ਦੇ ਨਵੇਂ ਕਨੈਕਸ਼ਨ ਦੀ ਫਾਈਲ ਆ। ਇਹਨਾਂ ਵੱਲੋਂ SDO ਮਨਪ੍ਰੀਤ ਨੂੰ ਮਿਲਿਆ ਗਿਆ, ਉਹਨਾਂ ਵੱਲੋਂ ਕਿਹਾ ਗਿਆ ਵੀ ਤੁਹਾਡਾ ਕੰਮ ਭੰਡਾਰੀ ਸਾਹਿਬ ਕਰਨਗੇ, ਪਰ ਭੰਡਾਰੀ ਸਾਹਿਬ ਤਾਂ ਲੰਬੀ ਛੁੱਟੀ ਤੇ ਨੇ। ਹੁਣ ਇਹ ਐਕਸ਼ਨ ਸਾਹਿਬ ਨੂੰ ਮਿਲਣ ਲਈ ਖੜੇ ਆ, ਪਰ ਐਕਸ਼ਨ ਸਾਹਿਬ ਹਜੇ ਵੀ ਨਹੀਂ ਆਏ। ਹਜੇ ਐਕਸ਼ਨ ਸਾਹਿਬ ਫੋਨ ਤੇ ਕਹਿ ਰਹੇ ਸੀ ਵੀ ਕਿਹੜੇ ਲੋਕਾਂ ਦਾ ਕੰਮ ਆ। ਹੁਣ ਇੱਦਾਂ ਦੇ 3 ਲੋਕ ਸਾਹਮਣੇ ਆ ਗਏ ਜਿਹੜੇ 1-2 ਮਹੀਨੇ ਤੋਂ ਵੇਟ ਕਰ ਰਿਹਾ, ਇੱਕ ਸਵੇਰ ਦਾ ਵੇਟ ਕਰ ਰਿਹਾ। ਜਿਹੜੇ ਕੰਮ ਐਕਸ਼ਨ ਨੇ ਕਰਨੇ ਉਹ ਐਕਸ਼ਨ ਨਹੀਂ ਕਰਨੇ ਆ। ਜਿਹੜਾ SDO ਛੁੱਟੀ ਤੇ ਆ, ਉਹ ਦੂਜਾ SDO ਨੂੰ ਜਵਾਬ ਦੇ ਰਿਹਾ ਕੰਮ ਨੂੰ, ਤੇ ਉਸ ਰਿਗਾਰਡਿੰਗ ਬੰਦਾ ਕਿਹਦੇ ਕੋਲ ਜਾਵੇ, ਕਿਹਦੇ ਕੋਲ ਐਪਲੀਕੇਸ਼ਨ ਦੇਵੇ, ਕਿਹਦੇ ਕੋਲ ਆਪਣਾ ਦੁੱਖਣਾ ਰੋਵੇ। ਪਰ ਐਕਸ਼ਨ ਸਾਹਿਬ ਨੂੰ ਆਪਣੇ ਕੰਮਾਂ ਤੋਂ ਵੇਲ ਨਹੀਂ ਹੈਗਾ, ਤੇ ਇਹ ਲੋਕ ਵਿਚਾਰੇ ਦਰ ਦੀਆਂ ਠੋਕਰਾਂ ਖਾ ਰਹੇ ਆ। क्या कह रहे हो? मनप्रीत को मिले आप? मनप्रीत ਉਹ ਕਹਿੰਦਾ ਜੀ ਇਹ ਮੇਨ ਬੰਦਾ ਆਉਣਾ ਚਾਹੀਦਾ। ਮੇਨ ਬੰਦਾ ਕਿੱਥੋਂ ਆ? ਇਹ ਸਰ ਬੰਬਈ ਤੋਂ ਆ। ਤੇ ਉਹਦੀ ਕੋਈ ਪਾਵਰ ਆਫ ਟਰਨੀ ਹੈਗੀ? ਪਾਵਰ ਟਰਨਿੰਗ ਸਾਰੀ ਲੱਗੀ ਹੋਈ ਹੈ। ਦਿਖਾਓਗੇ? ਤੁਸੀਂ ਦਿਖਾਓ ਇੱਕ ਵਾਰੀ ਫਾਈਲ ਜਿੱਥੇ ਬੰਦਾ ATC ਕੰਪਨੀ ਹੈਗੀ ਹੈ ਕੋਈ ਟਾਵਰ ਦੀ, ਉਹਨਾਂ ਦੀ ਪਾਵਰ ਆਫ ਟਰਨੀ ਨਾਲ ਲੱਗੀ ਹੋਈ ਹੈ। ਇਹ ਪਾਵਰ ਆਫ ਟਰਨੀ ਨਾਲ ਲੱਗੀ ਹੋਈ ਹੈ ਔਰ ਮੀਟਰ ਅਪਲਾਈ ਵਾਸਤੇ ਹਰ ਡਾਕੂਮੈਂਟ ਔਰ ਫੋਟੋਗ੍ਰਾਫਸ ਜੋ ਫਾਈਲ ਕੰਪਲੀਟ ਹੋਣੀ ਚਾਹੀਦੀ ਹੈ ਇਹਨਾਂ ਨੇ ਕੰਪਲੀਟ ਵੀ ਕੀਤੀ ਹੋਈ ਹੈ। ਸੋ ਹਰ ਡਾਕੂਮੈਂਟ ਨੂੰ ਨੋਟਰੀ ਅਟੈਸਟ ਵੀ ਕਰਵਾਇਆ ਹੋਇਆ ਵਾ, ਬਟ ਫਿਰ ਵੀ ਉਹ ਕਹਿੰਦੇ ਨੇ ਬੰਦਾ ਇੱਥੇ ਆਉਣਾ ਚਾਹੀਦਾ। ਹੁਣ ਬੰਬੇ ਤੋਂ ਬੰਦਾ ਕਿਵੇਂ ਆ ਜਾਊਗਾ? ਉਹ ਤਾਂ ਸਾਰੀ ਕੰਪਨੀ ਨਾਲ ਇੱਦਾਂ ਚੱਲਦਾ ਵਾ, ਜਿਹੜੀ ਨੈਸ਼ਨਲਾਈਜ਼ ਕੰਪਨੀਆਂ ਹੁੰਦੀਆਂ ਨੇ। ਬੰਬੇ ਤੋਂ ਬੰਦਾ ਕਿਵੇਂ ਆ ਜਾਊਗਾ? ਸਰ ਪਹਿਲਾਂ ਵੀ ਇੱਦਾਂ ਹੀ ਕਨੈਕਸ਼ਨ ਹੋ ਰਹੇ ਆ। ਹਾਂਜੀ, ਤੇ ਹੁਣ ਕਿਉਂ ਨਹੀਂ ਕਰ ਰਿਹਾ? ਹੁਣ ਪਤਾ ਨਹੀਂ, ਕਹਿੰਦੇ ਭੰਡਾਰੀ ਸਾਹਿਬ ਆਉਣਗੇ। ਭੰਡਾਰੀ ਸਾਹਿਬ ਤਾਂ ਲੰਬੀ ਛੁੱਟੀ ਦੇ ਉੱਤੇ ਹੈਗੇ ਨੇ। ਉਹ ਮਿੱਠੀ ਗੋਲੀ ਦਿੱਤੀ ਗਈ ਤੁਹਾਨੂੰ, ਕਿਤੇ ਨਾ ਕਿਤੇ ਲੋਕਾਂ ਨੂੰ ਹਰਾਸ ਕੀਤਾ ਗਿਆ। ਭੰਡਾਰੀ ਉਹੀ ਨੇ ਜੋ SDO ਨੇ ਔਰ ਜਿਨ੍ਹਾਂ ਦੇ ਕੋਈ ਮੈਡੀਕਲ ਲੀਵ ਚੱਲ ਰਹੀ ਹੈ, ਬਹੁਤ ਲੰਬੀ ਛੁੱਟੀ, ਕੋਈ ਕਰੋਨਿਕਲ ਡਿਸੀਜ਼ ਦੇ ਕਰਕੇ ਉਹ ਲੰਬੀ ਛੁੱਟੀ ਦੇ ਉੱਤੇ ਹੈਗੇ ਨੇ। ਔਰ ਇਹਨਾਂ ਨੂੰ ਮਿੱਠੀ ਗੋਲੀ ਦੇ ਕੇ ਭੰਡਾਰੀ ਸਾਹਿਬ ਦਾ ਨਾਮ ਦੇ ਕੇ ਟਰਕਾਇਆ ਗਿਆ ਤਾਂ ਕਿ ਇਹਨਾਂ ਨੂੰ ਹਰਾਸਮੈਂਟ ਕੀਤਾ ਜਾਵੇ। ਔਰ ਹੁਣ ਤੁਸੀਂ ਖੜੇ ਹੋ ਕਿਹਨਾਂ ਨੂੰ ਮਿਲਣ ਵਾਸਤੇ? ਅਸੀਂ ਤਾਂ ਐਕਸਾਈਜ਼ ਸਾਹਿਬ ਨੂੰ ਮਿਲਾਂਗੇ ਹੁਣ। ਤੇ ਐਕਸੀਅਨ ਸਾਹਿਬ ਤਾਂ ਹੈ ਨਹੀਂ ਗੇ। ਉਹ ਕਹਿੰਦੇ 1 ਘੰਟਾ ਵੇਟ ਕਰ ਲਓ। ਸੋ ਐਕਸੀਅਨ ਸਾਹਿਬ ਆਉਂਦੇ ਨੇ, ਉਹਨਾਂ ਨੂੰ ਮਿਲਣਾ ਹੈ। ਸੋ ਖੜੇ 2-3 ਕੇਸ ਤਾਂ ਤੁਹਾਨੂੰ ਅਸੀਂ ਦਿਖਾ ਦਿੱਤੇ ਜੋ ਐਕਸੀਅਨ ਸਾਹਿਬ ਦੀ ਵੇਟ ਕਰ ਰਹੇ ਨੇ। ਟਾਈਮ ਤੁਹਾਨੂੰ ਦੱਸ ਦਈਏ 11 ਵੱਜ ਗਏ ਨੇ, 10:53 ਔਰ ਐਕਸੀਅਨ ਸਾਹਿਬ ਹਾਲੇ ਤੱਕ ਨਹੀਂ ਪਹੁੰਚੇ ਹੋਏ। ਸੋ ਇਹੋ ਜਿਹੀਆਂ ਰਿਪੋਰਟਾਂ ਤੁਹਾਨੂੰ ਦਿਖਾਉਂਦੇ ਰਹਾਂਗੇ। ਆਪਣੀ ਕਮੈਂਟ ਕਰਕੇ ਰਾਏ ਜ਼ਰੂਰ ਦਿਓ। ਅਗਰ ਤੁਹਾਡੇ ਹਲਕੇ ਵਿੱਚ ਵੀ ਕੋਈ ਸਰਕਾਰੀ ਅਦਾਰੇ ਦੇ ਵਿੱਚ ਤੁਹਾਨੂੰ ਕੋਈ ਚੱਕਰ ਲਗਵਾ ਰਿਹਾ, ਤੰਗ ਪਰੇਸ਼ਾਨ ਕਰ ਰਿਹਾ, ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ। ਲੁਧਿਆਣਾ ਲਾਈਵ ਦੀ ਟੀਮ ਕਰੂਗੀ ਇਹਨੂੰ ਕਵਰ।
जुड़े रहो लुधियाना लाइव के नाल। कैमरामैन संजय सेती नाल सुशील मचान की रिपोर्ट लुधियाना लाइव।